पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਮੇਰੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 76 98 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਕਹਿੰਦੇ ਸ਼ੁਰੂ ਕਰਦੇ ਹਾਂ ਆਪਾਂ ਵੀ ਆਮ ਆਦਮੀ ਪਾਰਟੀ ਦਾ ਕਹਿੰਦੇ ਘਮਾਸਾਨ ਜਾਰੀ ਆ। ਸੰਜੇ ਸਿੰਘ ਨੇ ਕੀਤੇ ਸਵਾਲ, ਮਿਸ਼ਰੇ ਨੇ ਦਿੱਤੇ ਜਵਾਬ। ਦੇਖੋ ਰਾਜਕਰਮਵੀਰ ਸਿੰਘ ਜੀ, ਜਿਸ ਤਰ੍ਹਾਂ ਟੈਸਟ ਮੈਚ ਨਹੀਂ ਚੱਲਦਾ ਕ੍ਰਿਕਟ ਦਾ ਜੀ, ਤੇ ਖਿਡਾਰੀ ਇੱਕ ਦਿਨ ਦਾ ਖੇਡ ਖਤਮ ਕਰਕੇ ਫਿਰ ਪਵੇਲੀਅਨ 'ਚ ਚਲੇ ਜਾਂਦੇ ਤੇ ਅਗਲੇ ਦਿਨ ਫਿਰ ਸਵੇਰੇ ਤੜਕੇ ਉੱਠ ਕੇ ਉੱਥੋਂ ਹੀ ਖੇਡ ਸ਼ੁਰੂ ਕਰ ਦਿੰਦੇ ਆ। ਇਹ ਕਪਿਲ ਮਿਸ਼ਰਾ ਵਾਲਾ ਵੀ ਟੈਸਟ ਮੈਚ ਹੀ ਚੱਲਣ ਡਿਆ, ਜਿੱਥੋਂ ਕੱਲ ਉਹਨੇ ਪਾਰੀ ਸਮਾਪਤ ਕੀਤੀ ਸੀ, ਖਤਮ ਕੀਤੀ ਸੀ, ਉੱਥੋਂ ਆ ਕੇ ਅੱਜ ਤੜਕੇ ਸ਼ੁਰੂ ਕਰ ਦਿੱਤੀ। ਉਹਨੇ ਕਿਹਾ ਸੀਗਾ ਕਿ ਕੱਲ ਨੂੰ ਮੈਂ ACB ਕੋਲ ਜਾਊਂਗਾ, ਐਂਟੀ ਕਰਪਸ਼ਨ ਬਿਊਰੋ ਕੋਲ ਜਾਊਂਗਾ, ਮੈਂ ਜਾ ਕੇ ਸਬੂਤ ਦੇਊਂਗਾ। ਉਹਨੇ ਉਸੇ ਤਰ੍ਹਾਂ ਹੀ ਕੀਤਾ, ਹੱਥ 'ਚ ਫਾਈਲ ਫੜ ਕੇ ਲਹਿਰਾ ਕੇ ਪੱਤਰਕਾਰਾਂ ਨੂੰ ਫੋਟੋ ਖਿਚਾ ਕੇ ACB ਦੇ ਦਫ਼ਤਰ 'ਚ ਚਲਾ ਗਿਆ। ਇਹ ਉਹੀ ACB ਦਾ ਦਫ਼ਤਰ ਆ ਜਿਹਦੇ ਬਾਰੇ ਕਪਿਲ ਮਿਸ਼ਰਾ ਨੇ 1 ਸਾਲ ਪਹਿਲਾਂ ਖਤ ਲਿਖਿਆ ਸੀ ਕਿ ਇਹ ACB ਜਿਹੜੀ ਆ ਇਹ ਕੇਂਦਰ ਦੇ ਮਤਹਿਤ ਚੱਲਦੀ ਹੈ, ਕੇਂਦਰ ਦੀ ਪਿੱਠੂ ਹੈ, ਕੇਂਦਰ ਦੀ ਇਹ ਇੱਕ ਕਹੀਏ ਸੰਦ ਹੈ ਜਿਹੜੀ ਐਵੇਂ ਕੇਜਰੀਵਾਲ ਦੇ ਪਿੱਛੇ ਲੱਗੀ ਫਿਰਦੀ ਹੈ। ਹੁਣ ਅੱਜ ਕੇਜਰੀਵਾਲ ਮਾੜਾ ਹੈ, ਉਹ ACB ਚੰਗੀ ਹੋ ਗਈ ਹੈ। ਹੁਣ ਕਹਿੰਦਾ ਕਿ ACB ਆਪ ਮੁਝੇ ਅੱਛੇ ਲੱਗਣੇ ਲਗੇ। ਸੋ ਸਾਰਾ ਕੁਛ ਹੈ ਨਾ ਇੱਥੇ ਰਲ ਗੱਡ ਜਿਹਾ ਹੋਇਆ ਪਿਆ, ਕੁਛ ਸਮਝ ਨਹੀਂ ਆਉਂਦੀ। ਕਪਿਲ ਮਿਸ਼ਰਾ ਜਦੋਂ ਇਹ ਸਭ ਕੁਛ ਕਰਕੇ ਬਾਹਰ ਆਇਆ, ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨੇ ਐਲਾਨ ਕੀਤਾ ਕਿ ਮੈਂ ਸਾਰੇ ਸਬੂਤ ਟੈਂਕਰ ਘੁਟਾਲੇ ਦੇ ਨਾਲ ਜੁੜੇ ਜਿਹੜੇ ਉਹ ਮੈਂ ਜਮ੍ਹਾਂ ਕਰਾ ਆਇਆ। ਆਉਣ ਵਾਲੇ ਦਿਨਾਂ ਦੇ ਵਿੱਚ ਮੈਂ CBI ਕੋਲ ਵੀ ਜਾਵਾਂਗਾ ਤੇ ਜਿਹੜਾ 2 ਕਰੋੜ ਵਾਲਾ ਮਾਮਲਾ ਜਿਹੜਾ ਉਹਨੇ ਮੁੱਖ ਦੋਸ਼ ਲਾਇਆ ਕੇਜਰੀਵਾਲ ਤੇ, ਉਹ ਕਹਿੰਦਾ ਕਿ ਜਿਹੜਾ 2 ਕਰੋੜ ਵਾਲਾ ਮਸਲਾ ਉਹ ਮੈਂ CBI ਦੇ ਕੋਲ ਲਿਜਾ ਕੇ ਉੱਥੇ ਗਵਾਹ ਵੀ ਬਣਾਂਗਾ। ਜਦੋਂ ਇੰਨੀ ਗੱਲ ਉਹਨੇ ਕਹੀ ਤੇ ਫਿਰ ਸੰਜੇ ਸਿੰਘ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ। ਇਹ ਵੀ ਇੱਕ ਵਿਵਾਦ ਜਾਂ ਅਪਵਾਦ ਦਾ ਵਿਸ਼ਾ ਹੋ ਸਕਦਾ ਕਿ ਅਰਵਿੰਦ ਕੇਜਰੀਵਾਲ ਆਪ ਨਹੀਂ ਸਾਹਮਣੇ ਆਉਂਦਾ ਪਿਆ। ਪਹਿਲਾਂ ਮਨੀਸ਼ ਸਿਸੋਦੀਆ ਨੇ ਸਫਾਈ ਦਿੱਤੀ, ਅੱਜ ਸੰਜੇ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ। ਸੰਜੇ ਸਿੰਘ ਨੇ 3 ਸਵਾਲ ਕੀਤੇ ਕਪਿਲ ਮਿਸ਼ਰਾ ਨੂੰ। ਉਹ ਸਵਾਲ ਕੀ ਸੀਗੇ? ਸਭ ਤੋਂ ਪਹਿਲਾ ਸਵਾਲ ਕਿ ਅਰਵਿੰਦ ਕੇਜਰੀਵਾਲ ਨੇ ਕੀ ਤੈਨੂੰ ਨਿਯੋਤਾ ਦਿੱਤਾ ਸੀ ਕਿ ਆ ਕੇ ਮਿਸ਼ਰਾ ਜੀ ਮੇਰੇ ਨੋਟ ਗਿਣੋ, ਮੈਂ ਰਿਸ਼ਵਤ ਲੈਣ ਲੱਗਾ। ਦੂਜਾ ਸਵਾਲ ਇਹ ਸੀਗਾ ਕਿ ਕਪਿਲ ਮਿਸ਼ਰਾ ਮੁੱਖ ਮੰਤਰੀ ਦੇ ਘਰੋਂ ਆਇਆ ਕਦੋਂ ਤੇ ਗਿਆ ਕਦੋਂ? ਇਹ ਜਵਾਬ ਦੇਵੇ, ਕਿਹੜਾ ਸਮਾਂ ਸੀ ਉਦੋਂ? ਤੀਸਰਾ ਉਹਨੇ ਪੁੱਛਿਆ ਕਿ ਕਿਹੜੇ ਰਿਸ਼ਤੇਦਾਰ ਦੀ ਜ਼ਮੀਨ ਦੀ ਡੀਲ ਹੋਈ, ਉਹਦਾ ਨਾਂ ਦੱਸ। ਜਦੋਂ ਇਹਨੇ ਪ੍ਰੈਸ ਕਾਨਫਰੰਸ ਖਤਮ ਕੀਤੀ, ਕਪਿਲ ਮਿਸ਼ਰਾ ਨੇ ਨਾਲ ਦੀ ਨਾਲ ਘੰਟੇ 1.5 ਘੰਟੇ ਬਾਅਦ ਇੱਕ ਹੋਰ ਪ੍ਰੈਸ ਕਾਨਫਰੰਸ ਕਰਕੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ। ਉਹਨੇ ਕਿਹਾ ਜਿਹੜੀ ਗੱਲ ਕਹਿੰਦੇ ਨਾ ਤੁਸੀਂ ਕਿ ਜਿਹੜਾ ਘਰ ਗਿਆ ਦਾ, ਇਹਦਾ ਸਬੂਤ ਤੇ ਮੈਂ ਦੇਊਂਗਾ CBI ਨੂੰ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਨੋਟਾਂ ਵਾਲੀ, ਉਹ ਤਾਂ ਕਹਿੰਦਾ ਛੱਡੋ। ਜਿਹੜਾ ਤੀਜਾ ਕਿ ਤੁਸੀਂ ਨਾਂ ਪੁੱਛਦੇ ਹੋ ਤੇ ਕਹਿੰਦਾ ਨਾਂ ਹੈ ਅਰਵਿੰਦ ਕੇਜਰੀਵਾਲ ਦਾ ਸਾਂਢੂ ਹੈ, ਕਹਿੰਦਾ ਕਰ ਲਓ ਗੱਲ। ਉਹਨੇ ਅਰਵਿੰਦ ਕੇਜਰੀਵਾਲ ਦੇ ਸਾਂਢੂ ਦਾ ਨਾਮ ਲੈਤਾ। ਹੁਣ ਦੇਖੋ ਦੂਜੇ ਪਾਸੇ ਸੰਜੇ ਸਿੰਘ ਨੇ ਇਹ ਕਿਹਾ ਕਿ ਜਿਹੜਾ ਕਪਿਲ ਮਿਸ਼ਰਾ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਦਾ ਪਿਆ। ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਆ ਉਹਦੇ ਤੋਂ ਘੁਆਈ ਜਾਂਦੇ ਆ, ਇਹ ਬੋਲੀ ਜਾਂਦਾ। ਹੁਣ ਵੇਖੋ, ਜੇ ਸੰਜੇ ਸਿੰਘ ਦੀ ਇਸ ਗੱਲ ਨੂੰ ਲਈਏ ਕਿ ਇਹਨਾਂ ਦੇ ਕੋਲ ਕੋਈ ਪੁਖਤਾ ਸਬੂਤ ਨਹੀਂ ਜਿਹਦੇ ਆਧਾਰ ਤੇ ਅਸੀਂ ਮੰਨ ਲਈਏ ਕਿ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਣ ਡਿਆ, ਉਹਦੇ ਕੋਲ ਇਹ ਕੋਈ ਸਬੂਤ ਨਹੀਂ ਕਿ ਅਰਵਿੰਦ ਕੇਜਰੀਵਾਲ ਦੇ ਘਰੇ ਬਹਿ ਕੇ ਉਹਨੇ ਨੋਟ ਗਿਣਦਿਆਂ ਨੂੰ ਜਾਂ ਗਿਣਾਉਂਦਿਆਂ ਨੂੰ ਜਾਂ ਫੜਾਉਂਦਿਆਂ ਨੂੰ ਵੇਖਿਆ, ਕੋਈ ਸਬੂਤ ਉਹਦੇ ਕੋਲ ਨਹੀਂ ਜੀ। ਸੋ ਦੋਵੇਂ ਪਾਸੇ ਤੋਂ ਇੱਕੋ ਕਹਾਣੀ ਹੈ। ਪਰ ਮੈਂ ਹੈਰਾਨ ਸਾਂ
ਤੇ ਸੰਜੇ ਸਿੰਘ ਜਦੋਂ ਆ ਕੇ ਇਹ ਸਫਾਈ ਦਿੰਦਾ ਪਿਆ ਸੀ ਕਿ ਇਹ ਸਮਾਂ ਦੱਸੇ ਕਦੋਂ ਅਰਵਿੰਦ ਕੇਜਰੀਵਾਲ ਦੇ ਕੋਲ ਗਿਆ, ਤੇ ਮੈਂ ਕਹਿਣਾ ਕਿ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਸਿਕਿਉਰਿਟੀ ਲੱਗੀ ਆ, ਕਈ ਕਿਸਮਾਂ ਦੀ ਸਿਕਿਉਰਿਟੀ ਹੋਏਗੀ, ਏਜੰਸੀਆਂ ਵੀ ਹੋਣਗੀਆਂ, ਉਹਨਾਂ ਦੇ ਵਿੱਚ ਐਂਟਰੀਆਂ ਦਰਜ ਹੁੰਦੀਆਂ ਹੋਣਗੀਆਂ ਕਿ ਕਿਹੜਾ ਬੰਦਾ ਆਇਆ ਕਿਹੜਾ ਬੰਦਾ ਗਿਆ। ਤੇ ਜਦੋਂ ਉਹ ਦੱਸਦਾ ਕਿ ਸ਼ੁੱਕਰਵਾਰ ਦੀ ਗੱਲ ਆ, ਤੇ ਸ਼ੁੱਕਰਵਾਰ ਦੀਆਂ ਐਂਟਰੀਆਂ ਪ੍ਰੈਸ ਦੇ ਵਿੱਚ ਸੰਜੇ ਸਿੰਘ ਆਪ ਹੀ ਕਿਉਂ ਨਹੀਂ ਲਿਆਇਆ, ਆਪ ਹੀ ਕਿਉਂ ਨਹੀਂ ਦੱਸਿਆ ਕਿ ਇਹ ਝੂਠ ਬੋਲਦਾ ਕਪਿਲ ਮਿਸ਼ਰਾ, ਇਹ ਉਦੋਂ ਗਿਆ ਹੀ ਨਹੀਂ, ਆ ਚੱਕੋ ਐਂਟਰੀ ਰਜਿਸਟਰ। ਸੋ ਜੇ ਇਸ ਮਾਮਲੇ ਨੂੰ ਕਿਸੇ ਗੁੱਠੇ ਲਾਉਣਾ ਹੋਵੇ ਤੇ ਸੰਜੇ ਸਿੰਘ ਇਸ ਤਰ੍ਹਾਂ ਕਰ ਸਕਦਾ ਸੀ, ਪਰ ਸੰਜੇ ਸਿੰਘ ਨੇ ਵੀ ਅੱਜ ਬਿਲਕੁਲ ਉਹੋ ਜਿਹਾ ਰੋਲ ਕਚੋਲਾ ਜਿਹਾ ਕੀਤਾ ਪ੍ਰੈਸ ਕਾਨਫਰੰਸ ਕਰਕੇ ਜਿਹੋ ਜਿਹਾ ਕਪਿਲ ਮਿਸ਼ਰਾ ਕਰੀ ਜਾਂਦਾ। ਸੋ ਮੈਂ ਕਹਿਣਾ ਕਿ ਕੁਛ ਵੀ ਇਸ ਰੋਲ ਕਚੋਲੇ ਚੋਂ ਸਾਫ਼ ਨਹੀਂ ਹੋਣ ਡਿਆ। ਹੁਣ ਕਪਿਲ ਮਿਸ਼ਰਾ ਕੱਲ ਨੂੰ CBI ਦਾ ਰੁਖ ਕਰੂਗਾ, ਉੱਥੇ ਜਾ ਕੇ ਕੀ ਨਿਬੜਾਉਂਦਾ ਹੈ ਉਹ ਤੇ ਸਮਾਂ ਦੱਸੂਗਾ। ਪਰ ਸਭ ਤੋਂ ਵੱਡੀ ਚੁੱਪ ਰੜਕ ਰਹੀ ਹੈ ਇਸ ਵੇਲੇ ਅਰਵਿੰਦ ਕੇਜਰੀਵਾਲ ਦੀ, ਜਿਹੜੇ ਹਰੇਕ ਗੱਲ ਤੇ ਟਵੀਟ ਕਰਦੇ ਸਨ, ਹਰੇਕ ਗੱਲ ਤੇ ਆ ਕੇ ਪਾਰਟੀ ਦੇ ਮੁੱਦੇ, ਕੋਈ ਵੀ ਮੁੱਦੇ ਤੇ ਜਦੋਂ ਵੀ ਕੋਈ ਪੇਚ ਫਸਿਆ ਹੁੰਦਾ ਆ ਕੇ ਪਾਰਟੀ ਨੂੰ ਡਿਫੈਂਡ ਵੀ ਕਰਦੇ, ਆ ਕੇ ਦੂਜਿਆਂ ਤੇ ਅਟੈਕ ਵੀ ਕਰਦੇ। ਉਹ ਇਸ ਮੁੱਦੇ ਤੇ ਬਿਲਕੁਲ ਖਾਮੋਸ਼ ਆ। ਏਦਾਂ ਲੱਗਦਾ ਕਿ ਜਿੱਦਾਂ ਦੂਰ ਕਿਤੇ ਬਹਿ ਕੇ ਮੰਥਨ ਕਰਦੇ ਹੋਣ, ਚਿੰਤਨ ਕਰਦੇ ਹੋਣ ਕਿ ਅੱਗੇ ਕੀ ਕਰਨਾ ਹੈ। ਵੈਸੇ ਹਾਲਤ ਐਸੀ ਹੈ ਜਿੱਦਾਂ ਉਹ ਕਹਿੰਦੇ ਹੁੰਦੇ ਨਾ ਕਿ ਕਬ ਤੱਕ तेरे फरेब को हादसे का नाम दूं, ऐ सियासत तूने तो मेरा तमाशा बना दिया। सो कुल मिला के इस मूवमेंट का एक वेरी च तमाशा बना दिता गया। जी जी जी। अगली मिंटू जी ਆਪਾਂ ਗੱਲ ਕਰੀਏ ਵੀ ਗੋਰਖਪੁਰ ਦੇ ਇੱਕ ਵਿਧਾਇਕ ਨੇ ਇੱਕ ਕਹਿੰਦੇ ਜੀ ਅਫਸਰ ਬੀਬੀ ਦੇ ਅਥਰੂ ਕਢਾਏ। ਦੇਖੋ ਇਹ ਇੱਕ ਦੇ ਥੋੜੀ ਉੱਥੇ ਅਥਰੂ ਕਢਾਉਂਦਾ ਆ, ਉੱਥੇ ਇਹਨਾਂ ਨੇ ਪੂਰਾ ਗਾਹ ਪਾਇਆ ਪਿਆ। ਕੁਝ ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਸਹਾਰਨਪੁਰ ਦੇ ਵਿੱਚ ਇਹਨਾਂ ਦਾ ਇੱਕ ਮੈਂਬਰ ਪਾਰਲੀਮੈਂਟ ਸੀ, ਉਹ ਅੰਬੇਦਕਰ ਜਯੰਤੀ ਲੰਘੀ ਤੋਂ ਕਈ ਦਿਨਾਂ ਬਾਅਦ ਉੱਥੇ ਜਲੂਸ ਕੱਢਣ ਤੁਰ ਪਿਆ। ਫਿਰ ਦੋਵਾਂ ਧਿਰਾਂ ਦਾ ਟਕਰਾਅ ਹੋਇਆ। ਉਸ ਟਕਰਾਅ ਤੋਂ ਬਾਅਦ SSP ਦੇ ਘਰੇ ਜਾ ਕੇ ਪੈ ਗਏ, ਭੰਨਤੋੜ ਕੀਤੀ। ਕਮਾਲ ਦੀ ਗੱਲ ਹੈ ਕਿ ਉਸ ਬੰਦੇ ਤੇ 2 ਪਰਚੇ ਵੀ ਦਰਜ ਹੋਏ ਉਸ ਮੈਂਬਰ ਪਾਰਲੀਮੈਂਟ ਤੇ ਭਾਰਤੀ ਜਨਤਾ ਪਾਰਟੀ ਦੇ ਤੇ, ਪਰ ਉਹਨੂੰ ਕਿਸੇ ਨੇ ਪੁੱਛਿਆ, ਲਖਨਪਾਲ ਨੂੰ। ਅਗਰ ਲਖਨਪਾਲ ਨੂੰ ਕਿਸੇ ਨੇ ਨਹੀਂ ਪੁੱਛਿਆ, ਜਦ ਕਿ ਉਸ SSP ਦਾ ਤਬਾਦਲਾ ਕਰ ਦਿੱਤਾ ਜਿਹਦੇ ਘਰ ਵੜ ਕੇ ਭੰਨਤੋੜ ਕੀਤੀ ਸਨ। ਦੂਜੇ ਪਾਸੇ ਇੱਥੇ ਨਹੀਂ ਰੁਕਦਾ ਪਿਆ ਇਹਨਾਂ ਦਾ ਇਹ ਮਾਰ ਕੁੱਟ ਵਾਲਾ ਤਾਂਡਵ। ਇਹਨਾਂ ਨੇ ਆਗਰੇ ਦੇ ਇੱਕ ਥਾਣੇ ਦੇ ਵਿੱਚ ਜਾ ਕੇ ਦਰੋਗੇ ਨੂੰ ਕੁੱਟ ਕੱਟਿਆ, ਉਹਦਾ ਪਿਸਤੌਲ ਖੋਲਿਆ, ਪੁਲਿਸ ਵਾਲਿਆਂ ਨੂੰ ਦੜਾ ਕੇ ਮਾਰਿਆ, ਹਵਾਲਾ ਦਾ ਜਿੰਦਾ ਤੋੜ ਦੇਣ ਲੱਗੇ ਸਨ। ਬੁਰਾ ਉੱਥੇ ਵੀ ਇਹਨਾਂ ਨੇ ਕੀਤਾ। ਫਿਰ ਇੱਕ ਇਹਨਾਂ ਦੀ ਮੈਂਬਰ ਪਾਰਲੀਮੈਂਟ ਜਿਹੜੀ ਕਿ ਬੀਬੀ ਸੀ, ਉਸ ਬੀਬੀ ਨੇ ਇੱਕ ਬੀਬੀ ਅਫਸਰ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਤੇਰੀ ਮੈਂ ਖੱਲ ਖਿਚਾ ਦਿਆਂਗੀ ਤੇਰੀ ਜੇ ਤੂੰ ਮੇਰੇ ਨਾਲ ਜ਼ਬਾਨ ਲੜਾਈ। ਅੱਜ ਤੇ ਫਿਰ ਬਿਲਕੁਲ ਜਿੱਦਾਂ ਕਹਿ ਲਈਏ ਨਾ ਕਿ ਅੰਤ ਵਾਲੀ ਗੱਲ ਆ। ਇੱਕ ਉੱਥੇ ਨਾ ਬਹੁਤ ਵਧੀਆ ਅਫਸਰ ਆ ਚਾਰੂ ਨਿਗਮ, ਗੋਰਖਪੁਰ ਦੇ ਵਿੱਚ ਜਿੱਥੋਂ ਯੋਗੀ ਆਦਿੱਤਿਆਨਾਥ ਆਉਂਦਾ। ਚਾਰੂ ਨਿਗਮ ਜਿਹੜੀ ਅਫਸਰ ਹੈ ਲੇਡੀ ਸਿੰਘਮ ਦੇ ਨਾਂ ਨਾਲ ਮਸ਼ਹੂਰ ਆ। ਉਹਨੂੰ ਡਿਊਟੀ ਦਿੱਤੀ ਸੀ ਇਹਨਾਂ ਨੇ ਕਿ ਐਂਟੀ ਰੋਮੀਓ ਸਕੁਐਡ ਦੀ ਤੂੰ ਦੇਖ ਰੇਖ ਕਰਨੀ ਆ। ਉਹਦੀ ਅਗਵਾਈ 'ਚ ਉੱਥੇ ਬਹੁਤ ਵਧੀਆ ਤਰੀਕੇ ਨਾਲ ਕੰਮ ਹੋਇਆ। ਹਾਲਾਂਕਿ ਉਹਦੇ ਤੇ ਦੋਸ਼ ਵੀ ਲੱਗੇ ਕਿ ਉਹਨੇ ਧੱਕਾ ਕੀਤਾ, ਆਪਦੀ ਅਗਵਾਈ ਦੇ ਵਿੱਚ ਉਹਦੀ ਪੁਲਿਸ ਨੇ ਧੱਕਾ ਕੀਤਾ ਤੇ ਆਪਦੀ ਅਗਵਾਈ 'ਚ ਇਹਨੇ ਧੱਕਾ ਕਰਵਾਇਆ। ਪਰ ਮੀਡੀਆ ਕਹਿੰਦਾ ਕਿ ਉਹਨੇ ਚੰਗਾ ਕੰਮ ਕੀਤਾ। ਖੈਰ, ਉਹਨੂੰ ਲੇਡੀ ਸਿੰਘਮ ਦਾ ਖਿਤਾਬ ਵੀ ਇਹਨਾਂ ਨੇ ਦਿੱਤਾ ਸੀ ਭਾਰਤੀ ਜਨਤਾ ਪਾਰਟੀ ਵਾਲਿਆਂ ਕਿ ਇਹ ਲੇਡੀ ਸਿੰਘਮ ਆ, ਬੜੀ ਜ਼ੁਰਤ ਰੱਖਦੀ ਹੈ। ਹੋਇਆ ਕਿ ਗੋਰਖਪੁਰ ਦੇ ਬਾਹਰਲੇ ਪਾਸੇ ਕੋਈ ਪਿੰਡ ਸੀ, ਪਿੰਡ ਦੇ ਵਿੱਚ ਰੌਲਾ ਪੈ ਗਿਆ। ਕੁਛ ਬੀਬੀਆਂ ਨੇ ਉੱਥੇ ਜਾ ਕੇ ਧਰਨਾ ਲਾ ਦਿੱਤਾ। ਧਰਨਾ ਇਸ ਗੱਲ ਨੂੰ ਲਾਇਆ ਕਿਉਂਕਿ ਉੱਥੇ ਸ਼ਰਾਬ ਸ਼ੂਬ ਵਿਕਦੀ ਸੀ, ਔਰਤਾਂ ਨੇ ਵਿਰੋਧ ਕੀਤਾ, ਉਹਨਾਂ ਨੇ ਰਸਤਾ ਰੋਕ ਲਿਆ। ਇਹ ਉੱਥੇ ਚਾਰੂ ਨਿਗਮ ਜਿਹੜੀ ਬੀਬੀ ਸੀ ਅਫਸਰ IPS ਉੱਥੇ ਚਲੇਗੀ। ਇਹਨੇ ਜਾ ਕੇ ਉਹਨਾਂ ਨੂੰ ਆਖਿਆ ਕਿ ਰਸਤਾ ਖੋਲ ਦਿਓ, ਨਾ ਮੰਨੀਆਂ। ਇਹਨੇ ਜ਼ਬਰਦਸਤੀ ਰਸਤਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਇਹਦੇ ਗਲ ਪੈ ਗਈਆਂ। ਇੱਟਾ ਵੱਟਾ ਚੱਲਿਆ, ਇੱਟੇ ਰੋੜੇ ਜਦੋਂ ਮਾਰੇ ਗਏ, ਇਹ ਚਾਰੂ ਨਿਗਮ ਜ਼ਖਮੀ ਹੋ ਗਈ। ਇਹਦੇ ਗਲ ਵੀ ਪੈਣ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਲਾਠੀਚਾਰਜ ਹੋਇਆ, ਕੁਛ ਬੀਬੀਆਂ ਨੂੰ ਸੱਟਾਂ ਲੱਗੀਆਂ, ਕੁਛ ਬੀਬੀਆਂ ਅਰੈਸਟ ਹੋਈਆਂ। ਫਿਰ ਇਹ ਹੋਇਆ ਕਿ ਉੱਥੇ ਉਸ ਸਮੇਂ ਭਾਰਤੀ ਜਨਤਾ ਪਾਰਟੀ ਦਾ ਇੱਕ ਵਿਧਾਇਕ ਆ ਜਿਹੜਾ ਗੋਰਖਪੁਰ ਅਰਬਨ ਸੀਟ ਤੋਂ ਜਿੱਤਿਆ, ਉਹਦਾ ਨਾਂ ਆ ਰਾਧਾ ਮੋਹਨ ਦਾਸ ਅਗਰਵਾਲ। ਉੱਥੇ ਪਹੁੰਚ ਗਿਆ। ਉਹਨੇ ਉਸ ਬੀਬੀ ਨੂੰ ਬਹੁਤ ਜਲੀਲ ਕੀਤਾ। ਚਾਰੂ ਨਿਗਮ ਨੂੰ ਪੈ ਗਿਆ। ਉਹ ਕਹਿੰਦਾ ਤੈਨੂੰ ਤਮੀਜ਼ ਨਹੀਂ। ਉਹਨੇ ਜਦੋਂ ਸਫਾਈ ਦਿੱਤੀ, ਉਹਨੇ ਆਖਿਆ ਕਿ ਤੁਹਾਡੇ ਬੰਦੇ ਗੰਦ ਪਾਉਣ ਡਏ ਇੱਥੇ, ਅਸੀਂ ਕੀ ਕਰੀਏ? ਮੈਂ ਇੱਥੋਂ ਦੀ ਅਫਸਰ ਹਾਂ, ਇਹਨਾਂ ਨੂੰ ਰੋਕਣਾ ਮੇਰਾ ਫਰਜ਼ ਆ। ਤੇ ਉਹ ਕਹਿੰਦਾ ਤੇਰੇ ਨਾਲ ਮੈਂ ਗੱਲ ਹੀ ਨਹੀਂ ਕਰਨੀ। ਉਹਨੇ ਬਹੁਤ ਊਲ ਜਲੂਲ, ਬਹੁਤ ਬਕਵਾਸ ਕੀਤਾ ਤੇ ਉਸ ਬੀਬੀ ਦੀਆਂ ਅੱਖਾਂ 'ਚੋਂ ਪਾਣੀ ਛਲਕ ਪਿਆ। ਕੈਮਰੇ ਚੱਲਦੇ ਹੋਏ ਸੀ
ਉਹਨਾਂ ਚਲਦੇ ਕੈਮਰੇ ਦੇ ਸਾਹਮਣੇ ਉਹ ਬੀਬੀ ਦੇ ਅੱਥਰੂ ਜਿਹੜੇ ਆ ਉਹਦੀਆਂ ਅੱਖਾਂ ਤੋਂ ਬਾਹਰ ਛਲਕ ਪਏ। ਉਹ ਏਡੀ ਦਲੇਰ ਅਫਸਰ ਤੇ ਇਸ ਤਰ੍ਹਾਂ ਉਹ ਸਿਸਕਦੀ ਪਈ ਸੀ, ਸਾਰਿਆਂ ਦਾ ਵੇਖ ਕੇ ਮਨ ਹੈ ਜਿਹੜਾ ਫੁੱਟਿਆ ਕਿ ਇਹ ਤਾਂ ਬਹੁਤ ਗਲਤ ਹੋਇਆ ਜੀ। ਵੈਸੇ ਜਿਹੜਾ ਇਹ ਰਾਧਾ ਮੋਹਨ ਆ, ਰਾਧਾ ਮੋਹਨ ਯੋਗੀ ਆਦਿੱਤਿਆਨਾਥ ਦਾ ਬਹੁਤ ਨੇੜਲਾ। ਕਿਸੇ ਸਮੇਂ 2002 ਦੇ ਵਿੱਚ ਇਹਨੂੰ ਸੀਟ ਦਿਵਾਉਣ ਗਿਆ ਸੀਗਾ ਯੋਗੀ ਆਦਿੱਤਿਆਨਾਥ। ਇਹਨੂੰ ਸੀਟ ਦੇਣ ਦੀ ਬਜਾਏ ਭਾਰਤੀ ਜਨਤਾ ਪਾਰਟੀ ਨੇ ਸੀਟ ਦੇ ਦਿੱਤੀ ਸੀ ਉਦੋਂ ਸ਼ਿਵ ਪ੍ਰਤਾਪ ਸ਼ੁਕਲਾ ਨੂੰ। ਸ਼ਿਵ ਪ੍ਰਤਾਪ ਸ਼ੁਕਲਾ ਦੇ ਬਰੋਬਰ ਯੋਗੀ ਆਦਿੱਤਿਆਨਾਥ ਬਾਗੀ ਹੋ ਗਿਆ ਸੀ। ਇਹਨੇ ਆਖਿਆ ਕਿ ਨਹੀਂ ਟਿਕਟ ਦਿੱਤੀ ਤਾਂ ਕੋਈ ਗੱਲ ਨਹੀਂ, ਮੈਂ ਯੁਵਾ ਹਿੰਦੂ ਵਾਹਿਨੀ ਮੋਰਚੇ ਵੱਲੋਂ ਇਸ ਬੰਦੇ ਨੂੰ ਮੈਦਾਨ 'ਚ ਉਤਾਰੂ ਤੇ ਇਸ ਬੰਦੇ ਨੂੰ ਯੁਵਾ ਹਿੰਦੂ ਵਾਹਿਨੀ ਮੋਰਚੇ ਵੱਲੋਂ ਉਤਾਰ ਕੇ ਹਿਸਾਬ ਲਾ ਲਓ ਤੁਸੀਂ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਹਰਵਾ ਦਿੱਤਾ ਸੀਗਾ ਯੋਗੀ ਆਦਿੱਤਿਆਨਾਥ ਨੇ, ਸਿਰਫ ਇਸ ਬੰਦੇ ਬਦਲੇ। ਤੁਸੀਂ ਆਪ ਅੰਦਾਜ਼ਾ ਲਾ ਲਓ ਇਹ ਕਿੰਨਾ ਜ਼ਿਆਦਾ ਨੇੜੂ ਹੋਏਗਾ ਯੋਗੀ ਆਦਿੱਤਿਆਨਾਥ ਤੇ। ਪਰ ਉਹ ਨੇੜਤਾ ਦਾ ਅੱਜ ਇਹਨੇ ਬਹੁਤ ਨਜਾਇਜ਼ ਫਾਇਦਾ ਉਠਾਇਆ। ਸਾਰੀ ਦੁਨੀਆ ਦੇ ਵਿੱਚ ਉਹ ਤਸਵੀਰ ਗਈ, ਜਿਹਨੇ ਵੀ ਉਹ ਤਸਵੀਰ ਵੇਖੀ ਸਾਰਿਆਂ ਨੇ ਲਾਹਨਤਾਂ ਪਾਈਆਂ ਕਿ ਜ਼ਾਹਿਰ ਕਿਸਮ ਦੇ ਲੀਡਰ ਹੈ ਜਿਹੜੇ ਇੰਨੀ ਮਿਹਨਤ ਨਾਲ ਜਿਹੜੇ IPS ਅਫਸਰ ਬਣੇ, ਜੋ ਡਿਊਟੀ ਕਰਦੇ ਸ਼ਿੱਦਤ ਨਾਲ, ਉਹਨਾਂ ਦੇ ਲਿਹਾਜ਼ ਨਹੀਂ ਕਰਦੇ। ਉਂਝ ਯੂਪੀ ਦੇ ਵਿੱਚ ਹਾਲ ਬੁਰਾ ਹੈ। ਪਹਿਲਾਂ ਯੂਪੀ ਦੇ ਵਿੱਚ ਕਹਿੰਦੇ ਸਨ ਕਿ ਦੇਖੋ ਜੀ ਇਹ ਨਾ ਲੋੜ ਪੰਜੇ ਸਾਈਕਲ ਦੀ ਤੇ ਨਾ ਆਪਦੀ ਯੋਗੀ ਹੱਥੋਂ ਹੁਣ ਵਾਪਸੀ ਹੋਣੀ ਰਾਮ ਰਾਜ ਦੀ। ਹੁਣ ਉੱਥੇ ਲੋਕ ਅੱਕ ਕੇ ਕਹਿਣ ਡਏ ਆ ਉਹ ਚੜ ਗਈਆਂ ਭਰਜਾਈਆਂ ਵਾਲੀ ਜਿਨ੍ਹਾਂ ਦੇ ਜੇਠ। ਜੀ ਜੀ। ਮਿੰਟੂ ਜੀ, ਅਗਲੀ ਆਪਾਂ ਗੱਲ ਕਰਦੇ ਹਾਂ ਵੀ BSF ਦੇ ਵਿੱਚ ਜਾਣ ਤੋਂ ਕਤਰਾਉਣ ਲੱਗੇ ਨੇ ਕਹਿੰਦੇ ਅਫਸਰ। ਤੇ ਬੜੀ ਅਲੋਕਾਰੀ ਜੀ ਗੱਲ ਆ। ਸਾਡੇ ਇੱਥੇ ਕਹਿੰਦੇ ਹੁੰਦੇ ਪੰਜਾਬੀ 'ਚ ਕਿ ਮਰਦਾਂ ਭੱਜਣਾ ਮਿਹਣਾ, ਮਈਆਂ ਡੁੱਬਣ ਲਾਜ। ਕਿ ਜੇ ਮਰਦ ਭੱਜ ਜਾਣ ਤੇ ਮਿਹਣਾ, ਜੇ ਮਈਆਂ ਛੱਪੜ ਦੇ ਵਿੱਚ ਡੁੱਬ ਜਾਣ ਤੇ ਬੜੀ ਲਾਜ ਵਾਲੀ ਗੱਲ ਆ। ਪਰ ਇੱਥੇ ਇਹ ਸਭ ਕੁਛ ਹੋ ਰਿਹਾ। ਅਸਲ ਦੇ ਵਿੱਚ BSF ਦੀ ਜਿਹੜੀ ਗਜ਼ਟਡ ਪੋਸਟਿੰਗ ਹੈ ਨਾ, ਉਹਦੇ ਵਿੱਚ ਬਹੁਤ ਸਾਰੀਆਂ ਅਸਾਮੀਆਂ ਇਸ ਸਮੇਂ ਖਾਲੀ ਆ। ਲਗਭਗ 550 ਅਸਾਮੀ ਖਾਲੀ ਹੈ। UPSC ਨੇ ਪ੍ਰੀਖਿਆ ਲਈ ਹੈ ਜਿਹੜੀ ਹਾਲ ਦੇ ਵਿੱਚ, ਉਹਦੇ 'ਚ ਇਸ ਵਾਰੀ 28 ਸਿਲੈਕਸ਼ਨਾਂ ਹੋਈਆਂ ਸੀਗੀਆਂ, ਮਤਲਬ ਕਿ 28 ਕੈਂਡੀਡੇਟ ਸਿਲੈਕਟ ਹੋਏ। ਉਸ 28 ਸਿਲੈਕਟ ਹੋਏ ਕੈਂਡੀਡੇਟਾਂ ਦੇ ਵਿੱਚੋਂ 16 ਬੰਦਿਆਂ ਨੇ BSF ਦੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਨਾਲੇ ਗਜ਼ਟਡ ਪੋਸਟਾਂ ਬੜੇ, ਮੈਂ ਕਹੂੰਗਾ ਕਿ ਵੱਡੇ ਭਾਗਾਂ ਵਾਲਿਆਂ ਨੂੰ ਗਜ਼ਟਡ ਪੋਸਟਾਂ ਅੱਜ ਦੇ ਦੌਰ 'ਚ ਨਸੀਬ ਹੁੰਦੀਆਂ, ਪਰ 16 ਬੰਦਿਆਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਇਹ ਪਹਿਲੀ ਵਾਰੀ ਨਹੀਂ ਹੋਇਆ। 2014 ਦੀ ਪ੍ਰੀਖਿਆ 'ਚ ਕੁੱਲ 31 ਉਮੀਦਵਾਰ ਚੁਣੇ ਗਏ ਸੀਗੇ। ਇਹਨਾਂ 'ਚੋਂ 17 ਨੇ ਨੀਮ ਫੌਜੀ ਦਸਤਿਆਂ 'ਚ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਜੀ। ਮਤਲਬ ਕਿ ਅੱਧ ਤੋਂ ਜ਼ਿਆਦਾ ਵਿਰ ਗਏ ਸਨ, ਉਹਨਾਂ ਕਿਹਾ ਨਹੀਂ ਜਾਣਾ। 2013 'ਚ ਇਹ ਤੋਂ ਵੀ ਬੁਰਾ ਹਾਲ ਸੀਗਾ। ਉਦੋਂ ਮੇਰੇ ਖਿਆਲ ਦੇ ਨਾਲ 102 ਜਾਂ 110 ਨੌਜਵਾਨਾਂ ਨੇ ਪ੍ਰੀਖਿਆ ਦਿੱਤੀ ਸੀ, ਜਿਹਦੇ 'ਚੋਂ 69 ਨੇ ਟ੍ਰੇਨਿੰਗ ਲਈ ਸੀਗੀ ਤੇ 69 ਦੇ ਵਿੱਚੋਂ ਵੀ 15 ਜਿਹੜੇ ਉਹ ਇਨਕਾਰੀ ਹੋ ਗਏ ਸਨ। ਉਹਨਾਂ ਕਿਹਾ ਕਿ ਅਸੀਂ BSF ਦੇ ਵਿੱਚ ਨਹੀਂ ਜਾਣਾ। ਇਹ ਹੁਣ ਕਾਰਨ ਟੋਲਣੇ ਚਾਹੀਦੇ ਕਿ BSF ਦੇ ਵਿੱਚ ਗਜ਼ਟਡ ਪੋਸਟਾਂ ਲਈ ਨੌਜਵਾਨ ਉਤਸ਼ਾਹਿਤ ਨਹੀਂ ਹੈ, ਉਤਸ਼ਾਹੀ ਨਹੀਂ ਹੈ। ਉੱਥੇ ਕਾਰਨ ਕੀ ਹੈ? ਮੇਰੇ ਖਿਆਲ ਦੇ ਨਾਲ ਮੁੱਢਲੇ ਤੌਰ ਤੇ ਜੋ ਨਜ਼ਰ ਆਉਂਦਾ, ਇੱਕ ਤੇ ਦੇਖੋ ਜਿਹੜਾ ਕੁਛ ਇੱਥੇ ਵਾਪਰਦਾ ਪਿਆ ਉਹ ਡਰਾਉਂਦਾ ਵੀ ਹੈ ਕਿਤੇ ਨਾ ਕਿਤੇ, ਕਿਉਂਕਿ ਜਿਹੜਾ ਇਹ ਕਾਡਰ ਮੰਗਦੇ ਆ ਬਹੁਤੇ ਜਿਹੜੇ ਇਹ ਕੈਂਡੀਡੇਟ ਚੁਣੇ ਗਏ ਸਿਲੈਕਸ਼ਨ ਦੇ ਰਾਹੀਂ ਇਹ ਚੁਣੇ ਗਏ, ਇਹਨਾਂ ਦਾ ਚੋਣ ਹੋਈ ਇਹਨਾਂ ਦੀ, ਇਹ ਕਹਿੰਦੇ ਕਿ ਸਾਨੂੰ CISF ਦੇ ਵਿੱਚ ਭੇਜ ਦਿਓ। CISF ਰਹਿੰਦੀ ਹੈ ਸ਼ਹਿਰਾਂ ਦੇ ਵਿੱਚ। ਸ਼ਹਿਰਾਂ ਦੇ ਵਿੱਚ ਰਹਿਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੋ, ਜਦਕਿ BSF ਹੈ ਜਿਹੜੀ ਉਹ ਉਸ ਪੋਜੀਸ਼ਨ ਤੇ ਆ ਜਿੱਥੇ ਸਭ ਤੋਂ ਪਹਿਲਾਂ ਮੌਤ ਨਾਲ ਤੁਹਾਡਾ ਟੱਕਰਾ ਹੋਣਾ। ਸੋ BSF ਦਾ ਜਿਹੜਾ ਇੱਕ ਕਹੀਏ ਕਿ ਇਸ ਤਰ੍ਹਾਂ ਦਾ ਬੇਰੁਖੀ ਵਾਲਾ ਆਲਮ ਬਣਿਆ ਪਿਆ BSF ਪ੍ਰਤੀ, ਉਹਦੇ 'ਚ ਇੱਕ ਵੱਡਾ ਕਾਰਨ ਵੀ ਹੋ ਸਕਦਾ। ਦੂਜਾ ਵੱਡਾ ਕਾਰਨ ਇਹ ਆ ਕਿ ਤੇਜ ਬਹਾਦਰ ਦੀ ਜਿਹੜੀ ਵੀਡੀਓ ਆਈ ਸੀ ਉਹਨੇ ਵੀ ਕਿਤੇ ਨਾ ਕਿਤੇ ਪ੍ਰਭਾਵ ਪਾਇਆ। ਉਹਦਾ ਪੁੱਠਾ ਪ੍ਰਭਾਵ ਇਹ ਪਿਆ ਕਿ BSF ਦੇ ਵਿੱਚ ਬਹੁਤ ਸਾਰੀਆਂ ਉਨਤੀਆਂ ਇਹੋ ਜਿਹੀਆਂ ਜਿਹੜੀਆਂ ਜਰੀਆਂ ਨਹੀਂ ਜਾ ਸਕਦੀਆਂ, ਖਾਸ ਤੌਰ ਤੇ ਉਸ ਵੇਲੇ ਜਦੋਂ ਤੁਸੀਂ ਬਿਲਕੁਲ ਜਾਨ ਦੀ ਬਾਜੀ ਲਾ ਕੇ ਬਾਰਡਰ ਤੇ ਖੜੇ ਹੋ ਤੇ ਤੁਹਾਨੂੰ ਰੋਟੀ ਪਾਣੀ ਦਾ ਵੀ ਇੰਤਜ਼ਾਮ ਨਹੀਂ ਹੈ, ਤੁਹਾਨੂੰ ਰੋਟੀ ਪਾਣੀ ਵੀ ਮੌਸਰ ਨਹੀਂ ਹੈ, ਤੁਸੀਂ ਕਰੋਗੇ ਕੀ? ਤੀਜੀ ਇਹ ਹੈ ਕਿ BSF ਨੂੰ ਉਨੀ ਇੱਜ਼ਤ ਨਹੀਂ ਦਿੱਤੀ ਜਾਂਦੀ, ਰਿਸਪੈਕਟ ਨਹੀਂ ਦਿੱਤੀ ਜਾਂਦੀ ਜਿੰਨੀ ਆਰਮੀ ਵਾਲਿਆਂ ਨੂੰ ਰਿਸਪੈਕਟ ਦਿੱਤੀ ਜਾਂਦੀ ਹੈ। ਇੱਥੋਂ ਤੱਕ ਕਿ ਨੀਮ ਫੌਜੀ ਦਸਤਿਆਂ ਦੇ ਜਿਹੜੇ ਕੁਰਬਾਨ ਹੁੰਦੇ ਆ ਜਵਾਨ, ਉਹਨਾਂ ਨੂੰ ਸ਼ਹੀਦ ਵੀ ਨਹੀਂ ਮੰਨਦੀ, ਕਹਿੰਦਾ ਸ਼ਹੀਦ ਵੀ ਨਹੀਂ ਮੰਨਦੀ, ਉਹਨਾਂ ਦੀ ਕੋਈ ਠੋਸ ਪਾਲਿਸੀ ਨਹੀਂ। ਸੋ ਇਹ ਕਈ ਕਾਰਨ ਆ ਜਿਨ੍ਹਾਂ ਕਰਕੇ ਇਹ ਨੌਜਵਾਨ ਉਤਸ਼ਾਹੀ ਨਹੀਂ BSF 'ਚ ਜਾਣ ਤੋਂ। ਪਰ ਇਹ ਇੱਕ ਬਹੁਤ ਵੱਡਾ ਚਿੰਤਾ ਵਾਲਾ ਪਹਿਲੂ ਹੈ
ਸਾਡੀ ਇੱਥੋਂ ਦੀ ਕੇਂਦਰੀ ਗ੍ਰਹਿ ਮੰਤਰਾਲੇ ਦੀ ਟੀਮ ਲਈ ਕਿ ਭਾਰਤੀ ਲੋਕ ਜਿਹੜੇ ਕਿ ਇੱਕ ਪਾਸੇ ਕਹਿੰਦੇ ਆ ਕਿ ਅਸੀਂ ਜਾਨ ਵਾਰ ਦਿਆਂਗੇ, ਵਤਨ ਤੋਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਉਹ ਕਰ ਦਿਆਂਗੇ, ਦੂਜੇ ਪਾਸੇ ਉਹ ਗੈਜਟ ਪੋਸਟਾਂ ਤੇ ਵੀ ਨਹੀਂ ਜਾ ਕੇ ਬੈਠ ਹੈ। ਔਰ ਖਾਸ ਤੌਰ ਤੇ ਰਾਸ਼ਟਰਵਾਦੀਆਂ ਲਈ ਤੇ ਇਹ ਬਹੁਤ ਨਮੋਸ਼ੀਜਨਕ ਗੱਲ ਆ। ਉਹ ਕਹਿੰਦੇ ਆ ਕਿ ਅਸੀਂ ਵਤਨ ਪ੍ਰਸਤ ਆ, ਪਰ ਵਤਨ ਪ੍ਰਸਤਾਂ ਦੇ ਵਿੱਚੋਂ ਵੀ ਇਹ ਹਾਲ ਆ ਕਿ ਲੋਕ ਉੱਥੇ ਗੈਜਟ ਪੋਸਟਾਂ ਤੇ ਜਾ ਕੇ ਬਹਿਣ ਨੂੰ ਤਿਆਰ ਨਹੀਂ। ਇਹ ਵਤਨ ਪ੍ਰਸਤਾਂ ਨੂੰ ਸੋਚਣਾ ਪਵੇਗਾ ਕਿ ਕਮੀ ਕਿੱਥੇ ਆ, ਜੇ ਕਮੀ ਹੈ ਤੇ ਉਸ ਕਮੀ ਨੂੰ ਦੂਰ ਕਿਸ ਤਰ੍ਹਾਂ ਕੀਤਾ ਜਾਵੇ। ਜੀ 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 ਤੇ ਮਿੰਟੂ ਜੀ, ਅਗਲੀ ਗੱਲ ਕਰੀਏ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਵਿੱਚ ਭਗਵੰਤ ਮਾਨ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ। ਅਮਨ ਅਰੋੜਾ ਮੀਤ ਪ੍ਰਧਾਨ, ਸੁਖਪਾਲ ਖਹਿਰਾ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ। ਪੈ ਗਈ ਨਾ ਫਿਰ ਆਪ ਦੇ ਵਿੱਚ ਆਪੋ ਤਾਪ ਜੀ। ਭਗਵੰਤ ਮਾਨ ਬਣਿਆ। ਆਪਾਂ ਉਦੋਂ ਵੀ ਗੱਲ ਕਰਦੇ ਪਏ ਸਾਂ ਕਿ ਭਗਵੰਤ ਮਾਨ ਨੂੰ ਜੇ ਖੁਸ਼ ਕਰਨਗੇ ਤੇ ਦੂਜੇ ਰੁੱਸਣਗੇ ਜੀ, ਕਿਉਂਕਿ ਦੂਜੇ ਵੀ ਤੇ ਇਸ ਦੌੜ ਦੇ ਵਿੱਚ ਹੈ ਨਾ, ਤੇ ਜਿਹੜੇ ਇਸ ਦੌੜ ਦੇ ਵਿੱਚੋਂ ਬਾਹਰ ਕੀਤੇ ਜਾਣਗੇ ਉਹਨਾਂ ਨੇ ਰੌਲਾ ਪਾਉਣਾ ਹੀ ਪਾਉਣਾ। ਸੋ ਰੌਲਾ ਪੈ ਗਿਆ। ਭਗਵੰਤ ਮਾਨ ਮੇਰੇ ਖਿਆਲ ਦੇ ਨਾਲ ਇੱਥੇ ਗਲਤੀ ਕਰਦਾ ਪਿਆ। ਭਗਵੰਤ ਮਾਨ ਨੂੰ ਇਹ ਚਾਹੀਦਾ ਨਹੀਂ ਸੀ, ਆਪਣੇ ਆਪ ਨੂੰ ਉਸ ਦੌੜ ਦੇ ਵਿੱਚ ਨਹੀਂ ਸੀ ਲਾਉਣਾ ਚਾਹੀਦਾ। ਜੇ ਇਹਨੂੰ ਅੱਗੇ ਲਿਜਾਂਦੇ, ਦੂਸਰੇ ਲਿਜਾਂਦੇ ਕਿ ਹਾਂ ਭਾਈ ਭਗਵੰਤ ਮਾਨ ਨੂੰ ਬਣਾ ਦੇ, ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਹੁੰਦਾ। ਪਰ ਆਪਣੇ ਆਪ ਨੂੰ, ਔਰ ਉਹ ਵੀ ਪਾਰਟੀ ਦੇ ਵਿਰੁੱਧ ਬੋਲ ਕੇ ਆਪਣੇ ਆਪ ਨੂੰ ਇਸ ਦੌੜ ਦੇ ਵਿੱਚ ਸ਼ਾਮਲ ਕਰਾਉਣਾ, ਸ਼ਾਇਦ ਭਗਵੰਤ ਮਾਨ ਦਾ ਨਿੱਜੀ ਤੌਰ ਤੇ ਮੈਂ ਕਹਿ ਸਕਦਾ ਕਿ ਠੀਕ ਹੋ ਸਕਦਾ ਫੈਸਲਾ। ਪਰ ਜੇ ਅਸੀਂ ਇੱਕ ਨਿਰਪੱਖ ਨਜ਼ਰੀਏ ਤੋਂ ਦੇਖੀਏ, ਬਾਹਰੋਂ ਦੇਖੀਏ, ਤੇ ਚੰਗਾ ਜਿਹਾ ਨਹੀਂ ਜਾਪਦਾ। ਦੂਜੀ ਗੱਲ ਜਿਹੜੀ ਇਸ ਸਮੇਂ ਚਰਚਾ ਦੇ ਵਿੱਚ ਹੈ ਕਿ ਸੁਖਪਾਲ ਸਿੰਘ ਖਹਿਰਾ ਦੋਵਾਂ ਹੀ ਅਹੁਦਿਆਂ ਤੋਂ ਅਸਤੀਫਾ ਦੇ ਗਿਆ ਜੀ। ਇਹਦਾ ਮਤਲਬ ਕਿ ਸੁਖਪਾਲ ਸਿੰਘ ਖਹਿਰਾ ਉਹਦੇ ਨਾਲ ਚੱਲਣ ਨੂੰ ਤਿਆਰ ਨਹੀਂ। ਉਹਨੇ ਅਸਤੀਫਾ ਕਿਉਂ ਦਿੱਤਾ? ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਅਸਤੀਫਾ ਦੇਣ ਦਾ, ਉਹ ਇਹ ਹੈ ਕਿ ਭਗਵੰਤ ਮਾਨ ਕਿਸੇ ਵੀ ਤਰੀਕੇ ਦੇ ਨਾਲ ਇਸ ਅਹੁਦੇ ਦੇ ਯੋਗ ਨਹੀਂ ਸੀ। ਉਹ ਕਿਉਂ ਨਹੀਂ ਸੀ? ਇਹ ਨਹੀਂ ਕਿ ਭਗਵੰਤ ਮਾਨ ਕਾਬਲੀਅਤ ਨਹੀਂ ਰੱਖਦਾ। ਮੇਰੀ ਨਜ਼ਰ ਦੇ ਵਿੱਚ ਭਗਵੰਤ ਮਾਨ ਦੀ ਅੱਜ ਵੀ ਵੈਲਿਊ ਹੈ, ਜਿਵੇਂ ਇੱਕ ਬ੍ਰਾਂਡ ਦੀ ਵੈਲਿਊ ਹੁੰਦੀ ਹੈ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਆਪਣੀ ਬ੍ਰਾਂਡ ਵੈਲਿਊ ਹੈ, ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਆਪਣੀ ਇਮੇਜ ਆ, ਜਿੱਦਾਂ ਸੁਖਬੀਰ ਸਿੰਘ ਬਾਦਲ ਦੀ ਆਪਣੀ ਇੱਕ ਇਮੇਜ ਆ, ਸਾਰਿਆਂ ਦੀ ਜਿੱਦਾਂ ਇੱਕ ਇਮੇਜ ਹੁੰਦੀ ਆ, ਉਸੇ ਤਰ੍ਹਾਂ ਭਗਵੰਤ ਮਾਨ ਦੀ ਇੱਕ ਇਮੇਜ ਹਾਲੇ ਵੀ ਹੈ। ਪਰ ਉਹ ਯੋਗ ਕਿਉਂ ਨਹੀਂ? ਉਹਦਾ ਕਾਰਨ ਇਹ ਹੈ ਕਿ ਦੇਖੋ, ਭਗਵੰਤ ਮਾਨ ਨੇ ਆਪ ਹੀ ਕਿਹਾ ਕਿ ਸਾਥੋਂ ਗਲਤੀਆਂ ਹੋਈਆਂ, ਪਰ ਭਗਵੰਤ ਮਾਨ ਨੇ ਇਹ ਨਹੀਂ ਮੰਨਿਆ ਕਿ ਹਾਂ ਮੈਥੋਂ ਵੀ ਗਲਤੀ ਹੋਈ ਭਾਈ, ਮੈਂ ਵੀ ਕੰਪੇਨ ਕਮੇਟੀ ਦਾ ਚੇਅਰਮੈਨ ਸੀ, ਮੈਂ ਵੀ ਕਿਤੇ ਨਾ ਕਿਤੇ 100% ਦੇਣ ਚ ਜਾਂ ਜਿਹੜੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਕਾਮਯਾਬੀ ਚ ਬਦਲਣ ਚ ਅਸਫਲ ਰਿਹਾ। ਭਗਵੰਤ ਮਾਨ ਨੇ ਇਹ ਨਹੀਂ ਕਿਹਾ। ਸੋ ਜਿਹੜੀ ਇੱਕ ਨੈਤਿਕ ਆਧਾਰ ਤੇ ਜ਼ਿੰਮੇਵਾਰੀ ਹੁੰਦੀ ਆ ਕਿ ਅਸੀਂ ਭਾਈ ਮੋਢੀ ਸਾਂ, ਅਸੀਂ ਜ਼ਿੰਮੇਵਾਰੀ ਲੈਂਦੇ ਹਾਂ, ਉਹ ਹਾਲੇ ਤੱਕ ਨਾ ਤੇ ਗੁਰਪ੍ਰੀਤ ਵੜੈਚ ਨੇ ਲਈ ਜਿਹੜਾ ਕਨਵੀਨਰ ਸੀ, ਤੇ ਨਾ ਭਗਵੰਤ ਮਾਨ ਨੇ ਲਈ। ਕੱਲਾ ਸੁਖਪਾਲ ਸਿੰਘ ਖਹਿਰਾ ਹੀ ਨਹੀਂ ਵਿਟਰਿਆ, ਹੁਣ ਗੁਰਪ੍ਰੀਤ ਸਿੰਘ ਵੜੈਚ ਵੀ ਵਿਟਰ ਗਿਆ, ਉਹਨੇ ਵੀ ਰੌਲਾ ਪਾ ਲਿਆ। ਇਹ ਕੱਲ ਤੱਕ ਸਾਰਾ ਸਾਫ਼ ਹੋਏਗਾ ਕਿ ਕਿਹੜੇ ਕਿਹੜੇ ਹੋਰ ਬੰਦੇ ਜਿਨ੍ਹਾਂ ਨੇ ਰੌਲਾ ਪਾਇਆ। ਇਹਦਾ ਮਤਲਬ ਹੈ ਕਿ ਭਗਵੰਤ ਮਾਨ ਲਈ ਇੱਧਰ ਖੱਡ ਉੱਧਰ ਖਾਈ ਵਾਲੀ ਗੱਲ ਆ। ਨਾ ਭਗਵੰਤ ਮਾਨ ਹੁਣ ਪਿੱਛੇ ਹਟ ਸਕਦਾ। ਅੱਗੇ ਜਾਣ ਲਈ ਉਹਨੂੰ ਜਿਹੜੀ ਟੀਮ ਦੀ ਜ਼ਰੂਰਤ ਆ, ਉਹਦੇ ਜਿਹੜੇ ਬਹੁਤ ਯੋਗ ਸਾਥੀ ਆ ਉਹ ਹੱਥ ਖਿੱਚੀ ਜਾਂਦੇ ਆ। ਔਰ ਸਭ ਤੋਂ ਵੱਡੀ ਚੁਣੌਤੀ ਭਗਵੰਤ ਮਾਨ ਦੇ ਸਾਹਮਣੇ ਇਹੋ ਹੋਏਗੀ ਕਿ ਇਸ ਟੀਮ ਨੂੰ ਸੰਗਠਿਤ ਕਿੱਦਾਂ ਕੀਤਾ ਜਾਵੇ, ਕਿਸ ਤਰ੍ਹਾਂ ਇਕਜੁੱਟ ਕੀਤਾ ਜਾਵੇ, ਕਿਸ ਤਰ੍ਹਾਂ ਆਪਸੀ ਏਕਤਾ ਨੂੰ ਮਜ਼ਬੂਤ ਕਰਕੇ ਅੱਗੇ ਵਧਿਆ ਜਾਵੇ। ਇਹ ਸਭ ਤੋਂ ਵੱਡੀ ਚੁਣੌਤੀ ਹੋਏਗੀ। ਔਰ ਭਗਵੰਤ ਮਾਨ ਲਈ ਮੇਰੇ ਖਿਆਲ ਦੇ ਨਾਲ ਬਿਹਤਰ ਇਹ ਹੋਏਗਾ ਕਿ ਉਹ ਬਹੁਤਾ ਜ਼ਿਆਦਾ ਦਿੱਲੀ ਵਾਲੇ ਪਾਸੇ ਝੁਕਣ ਦੀ ਥਾਂ ਤੇ ਪੰਜਾਬੀਆਂ ਦੇ ਨਾਲ ਖੜੇ, ਜਿਹੜੇ ਗਿਲੇ ਸ਼ਿਕਵੇ ਆ ਉਹਨਾਂ ਨੂੰ ਦੂਰ ਕਰੇ। ਇਹ ਆਪਦੀ ਖੁਦ ਮੁਖਤਿਆਰੀ ਮੰਗਣ। ਮੈਂ ਅੱਜ ਵੀ ਦੇਖਦਾ ਪਿਆ ਸਾਂ, ਦੇਖੋ ਕਾਰਾਂ ਉਧਰ ਨੂੰ ਲੈ ਜਾਂਦੇ 25-30 ਕਾਰਾਂ ਭਰ ਕੇ, ਉਹਨਾਂ ਨੂੰ ਕਹਿ ਦੇਣ ਕਿ ਤੁਸੀਂ ਆਪਦਾ ਫੈਸਲਾ ਕਰਕੇ ਇੱਥੇ ਆਓ, ਪ੍ਰੈਸ ਕਾਨਫਰੰਸ ਕਰੋ ਪੰਜਾਬ ਦੇ ਵਿੱਚ, ਪ੍ਰੈਸ ਕਾਨਫਰੰਸ ਕਰਕੇ ਤੇ ਤੁਸੀਂ ਐਲਾਨ ਕਰ ਦਿਓ। ਇਹ ਉੱਥੇ ਜੋ ਜਾਂਦੇ ਆ, ਸਾਰਾ ਲੁੰਗਲਣਾ ਉੱਥੇ ਜਾਂਦਾ, ਤੇ ਉਹ 2-4 ਜਣੇ ਇੱਥੇ ਗੱਡੀ ਲੈ ਕੇ ਨਹੀਂ ਆ ਸਕਦੇ। ਉਹ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰਨ ਕਿ ਹਾਂ ਭਾਈ ਆਹ ਬੰਦਾ। ਔਰ ਦੂਜੀ ਗੱਲ ਇਹ ਹੈ ਕਿ ਸਭ ਤੋਂ ਵੱਡੀ ਜਿਹੜੀ ਇਸ ਸਮੇਂ ਖਾਮੀ ਨਜ਼ਰ ਆਉਂਦੀ ਹੈ ਉਹ ਆ ਪਾਰਟੀ ਦੇ ਅੰਦਰੂਨੀ ਲੋਕਤੰਤਰ ਦੀ। ਹੁਣ ਇਹ ਕਹਿੰਦੇ ਸਾਡਾ ਪਾਰਟੀ ਦਾ ਜਿਹੜਾ ਅੰਦਰੂਨੀ ਲੋਕਤੰਤਰ ਆ ਉਹ ਬਹੁਤ ਮਜ਼ਬੂਤ ਆ। ਦੇਖੋ, ਪਾਰਟੀ ਦੇ ਅੰਦਰ ਲੋਕਪਾਲ ਹੈ ਇਹਨਾਂ ਦਾ। ਲੋਕਪਾਲ ਨੂੰ ਹਾਲੇ ਤੱਕ ਕੇਜਰੀਵਾਲ ਵਾਲੇ ਮੁੱਦੇ ਦੀ ਇਹਨਾਂ ਨੇ ਇਨਕੁਆਇਰੀ ਨਹੀਂ ਦਿੱਤੀ। ਦੂਸਰੀ ਗੱਲ ਇਹ ਹੈ ਕਿ ਜੇ ਕਹਿੰਦੇ ਕਿ ਪਾਰਟੀ ਦੇ ਅੰਦਰ ਸਾਡਾ ਲੋਕਤੰਤਰ ਹੈ ਜਿਹੜਾ ਮਜ਼ਬੂਤ ਆ, ਤੇ ਫਿਰ ਲੋਕਤੰਤਰ ਨੂੰ ਇਹਨਾਂ ਨੇ ਸ਼ੋਅ ਪੀਸ ਕਿਉਂ ਬਣਾਇਆ? ਜੇ ਲੋਕਤੰਤਰ ਹੈ ਤੇ ਉਹਨੂੰ ਵਰਤੋ। ਤੁਸੀਂ ਕਿਉਂ ਨਹੀਂ ਬੂਥ ਲੈਵਲ ਤੋਂ ਉੱਤੇ ਤੱਕ ਜਾਂਦੇ? ਇਸ ਆਧਾਰ ਤੇ ਸਿਲੈਕਸ਼ਨ ਕਰਾਓ ਕਿ
ਜਿਹੜੇ ਬੰਦੇ ਤੇ ਸਾਰਿਆਂ ਦੀ ਸਹਿਮਤੀ ਬਣਦੀ ਹੈ ਉਸ ਬੰਦੇ ਤੇ ਕੋਈ ਕਿੰਤੂ ਪਰੰਤੂ ਹੋਈ ਨਾ। ਕੀ ਲੋੜ ਆ ਇਸ ਤਰ੍ਹਾਂ ਚਿਹਰੇ ਨੂੰ ਅੱਗੇ ਲਾ ਕੇ, ਇਸ ਤਰ੍ਹਾਂ ਗੁੱਟਬੰਦੀ ਬਣਾ ਕੇ? ਜਦੋਂ ਤੁਹਾਡੇ ਕੋਲ ਲੋਕਤੰਤਰ ਹੈ ਤੁਸੀਂ ਉਹਨੂੰ ਵਰਤਦੇ ਕਿਉਂ ਨਹੀਂ? ਔਰ ਇਸ ਸਮੇਂ ਫਿਰ ਉਹੀ ਹੋਇਆ ਜਿਹਦੀ ਲੋਕ ਉਡੀਕ ਕਰੀ ਬੈਠੇ ਸਨ ਕਿ ਇਹੀ ਕੁਝ ਹੋਣਾ। ਬਹੁਤ ਸਾਰੇ ਲੋਕ ਨਾਰਾਜ਼ ਆ, NRIs ਵੀ ਨਾਰਾਜ਼ ਆ। ਇਹਨਾਂ ਨਾਰਾਜ਼ ਲੋਕਾਂ ਦੇ ਵਿੱਚੋਂ, ਇਹਨਾਂ ਹਤਾਸ਼ ਲੋਕਾਂ ਦੇ ਵਿੱਚੋਂ ਭਗਵੰਤ ਮਾਨ ਸਿੱਟੇ ਕਿਸ ਤਰ੍ਹਾਂ ਕੱਢੇਗਾ ਇਹ ਦੇਖਣ ਵਾਲਾ ਹੋਏਗਾ। ਪਰ ਬਹਰਹਾਲ ਅਸੀਂ ਇੰਨਾ ਕਹਿ ਸਕਦੇ ਕਿ ਭਗਵੰਤ ਮਾਨ ਨੂੰ ਮੁਬਾਰਕਬਾਦ, ਇੱਕ ਨਵੀਂ ਜ਼ਿੰਮੇਵਾਰੀ ਹੈ। ਪਰ ਇਹਨਾਂ ਨੂੰ ਖਿਆਲ ਰੱਖਣਾ ਪਵੇਗਾ ਕਿਤੇ ਸੰਗਰੂਰ ਵੀ ਦੂਰ ਨਾ ਕਰ ਪਵੇ, ਤੇ ਜੇ ਸਿੱਟਾ ਉਹ ਦੂਜਿਆਂ ਦੇ ਮਨ ਮਾਫਕ ਨਾ ਦੇ ਸਕੇ ਤੇ ਭਲਾ ਇੱਧਰੋਂ ਵੀ ਜਾਂਦਾ ਲੱਗੇ ਤੇ ਫਿਰ ਗੱਲ ਇਹ ਹੋ ਜੇ ਦੁਬਦਾ ਵਿੱਚ ਦੋਵੇਂ ਗਏ, ਨਾ ਮਾਇਆ ਮਿਲੀ ਨਾ ਰਾਮ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਵਿੱਚ ਸਰਕਾਰ ਹਰਿਆਣਾ ਦੇ ਬਰੋਬਰ ਕਰਨਾ ਚਾਹੁੰਦੀ ਆ ਵੈਟ ਟੈਕਸ। ਦੇਖੋ ਇਹ ਕਹਾਣੀ ਕੀ ਹੈ ਰਾਜਕਰਮਵੀਰ ਸਿੰਘ ਜੀ, ਕਿ ਸਾਡੇ ਇੱਥੇ ਹੈਗਾ 37.5% ਵੈਟ ਜੀ, ਔਰ ਹਰਿਆਣੇ ਦੇ ਵਿੱਚ ਹੈਗਾ 26.5% ਵੈਟ। ਚੰਡੀਗੜ੍ਹ ਚ ਵੀ ਇੰਨਾ। ਇਹੀ ਕਾਰਨ ਆ ਕਿ ਸ਼ਰਾਬ ਵੀ ਉੱਥੇ ਸਸਤੀ ਆ, ਡੀਜ਼ਲ ਪੈਟਰੋਲ ਵੀ ਉੱਥੇ ਸਸਤਾ। ਹੁਣ ਇਹਨਾਂ ਨੇ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਅਰਵਿੰਦ ਕੇਜਰੀਵਾਲ, ਸੁਖਬੀਰ ਸਿੰਘ ਬਾਦਲ, ਹਰਿਆਣੇ ਦੇ ਮੁੱਖ ਮੰਤਰੀ ML ਖੱਟਰ, ਇਹਨਾਂ ਸਾਰਿਆਂ ਨੇ ਇੱਕ ਮੀਟਿੰਗ ਵੀ ਕੀਤੀ ਸੀ। ਇੱਕ ਫੋਟੋ ਵੀ ਵਾਇਰਲ ਹੁੰਦੀ ਹੈ ਜਿਹਦੇ ਚ ਸੁਖਬੀਰ ਸਿੰਘ ਬਾਦਲ ਤੇ ਅਰਵਿੰਦ ਕੇਜਰੀਵਾਲ ਬਿਲਕੁਲ ਜੋਟੀ ਬਣਾ ਕੇ ਖੜੇ ਆ। ਉਹ ਫੋਟੋ ਇਸੇ ਹੀ ਮੀਟਿੰਗ ਦੀ ਆ। ਕਈ ਵਾਰੀ ਸਿਆਸੀ ਵਿਰੋਧੀ ਵਰਤਦੇ ਅਰਵਿੰਦ ਕੇਜਰੀਵਾਲ ਦੇ ਉਸ ਫੋਟੋ ਨੂੰ, ਇਹ ਦੇਖੋ ਜੀ ਇਕੱਠੇ ਖੜੇ ਆ, ਇਹਨਾਂ ਦੀ ਆਪਸ ਚ ਮਿਲੀ ਭਗਤ ਆ। ਅਸਲ ਦੇ ਵਿੱਚ ਉਹ ਉਸੇ ਮੀਟਿੰਗ ਦੀ ਫੋਟੋ ਆ। ਉਸ ਮੀਟਿੰਗ ਦਾ ਇਹੋ ਏਜੰਡਾ ਸੀਗਾ ਕਿ ਜਿਹੜੇ ਇਸ ਰੀਜਨ ਦੇ ਇਹ ਸਟੇਟ ਆ ਉਹ ਸਾਰੇ ਇੱਕਸਾਰ ਵੈਟ ਕਰ ਲੈਣ, ਕਿਉਂਕਿ ਇੱਕ ਸਟੇਟ ਦੇ ਵਿੱਚ ਜੇਕਰ ਵੈਟ ਟੈਕਸ ਜ਼ਿਆਦਾ ਹੋਏਗਾ ਦੂਜੇ ਚ ਘੱਟ ਹੋਏਗਾ, ਇਹਦਾ ਮਤਲਬ ਇਹ ਆ ਕਿ ਜ਼ਿਆਦੇ ਵਾਲੇ ਸਟੇਟ ਨੂੰ ਨੁਕਸਾਨ ਹੋਏਗਾ ਮਾਲੀਏ ਦਾ, ਜਿਵੇਂ ਕਿ ਪੰਜਾਬ ਨੂੰ ਹੋ ਰਿਹਾ। ਪੰਜਾਬ ਦੇ ਵਿੱਚ ਕੀ ਹੈ ਕਿ ਪੈਟਰੋਲ ਡੀਜ਼ਲ ਹੈ ਜਿਹੜਾ ਉਹ ਹਰਿਆਣੇ ਚੋਂ ਜਾਂ ਚੰਡੀਗੜ੍ਹ ਚੋਂ ਸਮਗਲ ਹੋ ਕੇ ਪੰਜਾਬ ਦੇ ਵਿੱਚ ਬਹੁਤ ਵੱਡੇ ਮਾਲੀਏ ਦਾ ਨੁਕਸਾਨ ਕਰ ਜਾਂਦਾ। ਲਗਭਗ ਅੰਦਾਜ਼ਨ ਆ ਕਿ ਸਾਲ ਦੇ ਵਿੱਚ 250 ਕਰੋੜ ਮਾਲੀਏ ਦਾ ਨੁਕਸਾਨ ਹੁੰਦਾ ਇਸ ਤਰ੍ਹਾਂ ਦੀ ਸਮਗਲਿੰਗ ਨਾਲ। ਹੁਣ ਮਤਲਬ ਚੰਡੀਗੜ੍ਹ ਤੋਂ ਹਰਿਆਣਾ ਸ਼ੁਰੂ ਹੋ ਜਾਂਦਾ, ਚੰਡੀਗੜ੍ਹ ਤੋਂ ਉੱਤੇ ਵੈਸੇ ਹਿਮਾਚਲ ਨਾਲ ਜਾ ਲੱਗਦਾ, ਉਹ ਸਾਡੇ ਤੱਕ ਤੁਰਿਆ ਆਉਂਦਾ। ਜਿੱਦਾਂ ਪਟਿਆਲਾ ਆ ਗਿਆ, ਅੱਗੇ ਸੰਗਰੂਰ ਆ ਗਿਆ, ਹੇਠਾਂ ਬਰਨਾਲਾ ਆ ਗਿਆ, ਮਾਨਸਾ ਆ ਗਿਆ, ਬਠਿੰਡਾ ਆ ਗਿਆ, ਮੁਕਤਸਰ ਆ ਗਿਆ, ਇੱਥੇ ਆ ਕੇ ਖਤਮ ਹੋ ਜਾਂਦਾ। ਉੱਤੇ ਹਰਿਆਣਾ ਤੁਰਿਆ ਆਉਂਦਾ। ਇਹ ਜਿਹੜੀ ਸਾਰੀ ਪੱਟੀ ਆ, ਮੰਨ ਲਓ ਜਿਹੜਾ ਏਰੀਆ ਲੱਗੇ, ਉੱਥੋਂ ਦੇ ਜਿਹੜੇ ਪੈਟਰੋਲ ਪੰਪ ਉਹ ਤੇ ਡਰਾਈ ਰਹਿੰਦੇ ਆ, ਕਿਉਂਕਿ ਜਿੰਨੇ ਡੀਜ਼ਲ ਲੈਣਾ ਉਹ 4-5 ਘਰ ਇਕੱਠੇ ਹੋ ਕੇ ਇਕੱਠੇ ਟਰਾਲੀ 'ਚ ਰੱਖ ਕੇ ਡਰਮ ਹਰਿਆਣੇ 'ਚੋਂ ਭਰਾ ਲਿਆਉਂਦੇ ਆ, ਕਿਉਂਕਿ ਬਹੁਤ ਫਰਕ ਆ। ਡੀਜ਼ਲ ਦਾ ਵੀ 7-8 ਰੁਪਏ ਦਾ ਫਰਕ ਆ, ਜੇ ਪੈਟਰੋਲ ਦੀ ਗੱਲ ਕਰੀਏ 6-7 ਰੁਪਏ ਉਹਦਾ ਫਰਕ ਆ। ਲੋਕ ਕੀ ਕਰਦੇ, ਦੁਕਾਨਦਾਰ ਕੀ ਕਰਦੇ ਇਸ ਇਲਾਕੇ ਦੇ ਜਿਹੜੇ ਕਿ 20-25 ਕਿਲੋਮੀਟਰ ਦੇ ਦਾਇਰੇ 'ਚ ਰਹਿੰਦੇ ਆ ਹਰਿਆਣੇ ਬਾਰਡਰ ਤੋਂ, ਉਹ ਉੱਥੋਂ ਤੇ ਲੈ ਆਉਂਦੇ ਆ, ਲਿਆ ਕੇ ਮੰਨ ਲਓ ਉੱਥੋਂ 6 ਰੁਪਏ ਦਾ ਫਰਕ ਆ, ਉਹ ਲਿਆ ਕੇ 2 ਰੁਪਏ ਦੇ ਫਰਕ ਨਾਲ ਵੀ ਵੇਚਣ ਤੇ ਲੋਕ ਭੱਜ ਕੇ ਲੈਣਗੇ ਕਿ ਅਸੀਂ ਪੈਟਰੋਲ ਪੰਪਾਂ ਤੇ ਕੀ ਲੈਣ ਜਾਣਾ, 2 ਰੁਪਏ ਇੱਥੋਂ ਬਚਦੇ ਆ। ਇਹ ਇੱਕ ਬੜੀ ਵੱਡੀ ਸਮੱਸਿਆ। ਇਹਨਾਂ ਨੇ ਇਹ ਕੰਮ ਕਰਕੇ ਮੇਰੇ ਖਿਆਲ ਦੇ ਨਾਲ ਚੰਗਾ ਕਦਮ ਚੁੱਕਿਆ, ਪਰ ਇਹ ਜੇ ਕੰਮ ਅਮਲ ਦੇ ਵਿੱਚ ਲਿਆਉਣ ਤਾਂ, ਹਾਲਾਂਕਿ ਇਹਨਾਂ ਦਾ ਹਜੇ ਪ੍ਰਪੋਜ਼ਲ ਹੀ ਹੈ, ਜੇ ਇਸ ਤਜਵੀਜ਼ ਨੂੰ ਅਮਲੀ ਰੂਪ ਦੇ ਵਿੱਚ ਲਾਗੂ ਕਰਦੇ ਆ ਤੇ ਮੇਰੇ ਖਿਆਲ ਦੇ ਨਾਲ ਚੰਗਾ। ਨਾਲੇ ਉਹ ਪੰਜਾਬੀ ਤਾਂ ਆਉਂਦੇ ਹੁੰਦੇ ਆ ਕਿ ਫੋਈ ਕਰਕੇ ਤਲਾਬ ਭਰਿਆ ਜਾਂਦਾ, ਇਸ ਤਰ੍ਹਾਂ ਹੀ ਹੈ ਕਿ ਜੇ ਤਿਲ ਜੋੜਨਗੇ ਤੇ ਤੇਲਾ ਬਣ ਜਾਏਗਾ। ਇਹ ਚੰਗੀ ਗੱਲ ਹੈ। ਮੇਰੇ ਖਿਆਲ ਦੇ ਨਾਲ ਸ਼ਰਾਬ ਵਾਲੇ ਮਾਮਲੇ 'ਚ ਵੀ ਇਹਨਾਂ ਨੂੰ ਇਸ ਤਰ੍ਹਾਂ ਦਾ ਸਟੈਂਡ ਲੈਣਾ ਚਾਹੀਦਾ, ਕਿਉਂਕਿ ਸ਼ਰਾਬ ਵੀ ਬਹੁਤ ਸਾਰੀ ਸਮਗਲ ਹੋ ਕੇ ਇੱਧਰਲੇ ਮਾਲਕੇ ਨੂੰ ਢਾਹ ਲਾਉਂਦੀ ਹੈ, ਬਹੁਤ ਵੱਡੀ ਸੱਟ ਮਾਰਦੀ ਹੈ। ਜੀ 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 ਬਿਲਕੁਲ। ਅਤੇ ਮਿੰਟੂ ਜੀ ਅਗਲੀ ਆਪਾਂ ਗੱਲ ਕਰੀਏ, ਪੰਜਾਬ ਦੇ ਸਰਕਾਰੀ ਸਕੂਲਾਂ 'ਤੇ ਲਾਗੂ ਹੋਵੇਗਾ ਜਿਹੜਾ ਅਧਿਆਪਕਾਂ ਦੇ ਉੱਤੇ ਡਰੈਸ ਕੋਡ। ਦੇਖੋ ਅਸਲ ਦੇ ਵਿੱਚ ਇਹ ਜਿਹੜੀ ਯੋਜਨਾ ਸੀਗੀ ਨਾ, ਇਹ ਬਣਾਈ ਸੀਗੀ 2012 ਦੇ ਵਿੱਚ, ਜਦੋਂ ਸਿਕੰਦਰ ਸਿੰਘ ਮਲੂਕਾ ਐਜੂਕੇਸ਼ਨ ਮਿਨਿਸਟਰ ਹੁੰਦਾ ਸੀਗਾ ਜੀ। ਉਸ ਸਮੇਂ ਕਾਹਨ ਸਿੰਘ ਪੰਨੂ ਉਹਦਾ ਸੱਜਾ ਹੱਥ ਹੁੰਦਾ ਸੀਗਾ, ਰਾਈਟ ਹੈਂਡ ਹੁੰਦਾ ਸੀ ਵਿਭਾਗ ਦੇ ਵਿੱਚ, ਬਹੁਤ ਵੱਡਾ ਅਫਸਰ ਸੀਗਾ। ਦੋਨਾਂ ਦੀ ਬਾਅਦ ਚ ਖਟਪਟ ਵੀ ਹੋ ਗਈ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਉਸ ਸਮੇਂ ਇਹਨਾਂ ਨੇ ਸਰਕੂਲਰ ਜਾਰੀ ਕੀਤਾ ਸੀਗਾ, ਪਰ ਉਦੋਂ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ। ਉਸ ਸਮੇਂ ਇੱਕ ਮੀਟਿੰਗ ਦੇ ਵਿੱਚ ਜਦੋਂ ਅਧਿਆਪਕਾਂ ਨੇ ਵਿਰੋਧ ਕੀਤਾ ਤੇ ਪੰਨੂ ਸਾਹਿਬ ਨੇ ਕਿਹਾ ਸੀਗਾ ਕਿ ਨਹੀਂ, ਇਹ ਤਾਂ ਮੰਨਣਾ ਪੈਣਾ ਤੁਹਾਨੂੰ। ਤੇ ਇੱਕ ਅਧਿਆਪਕ ਨੇ ਉੱਠ ਕੇ ਕਿਹਾ ਸੀਗਾ ਕਿ ਸਰ ਤੁਸੀਂ ਥੋੜੀ ਜਿਹੀ ਤਕਲੀਫ ਕਰੋਗੇ, ਤੇ ਮੈਂ ਕਿਹਾ ਹਾਂ। ਉਹ ਕਹਿੰਦਾ ਜੀ ਤੁਹਾਡੇ ਸੱਜੇ ਵੇਖੋ ਥੋੜਾ ਜਿਹਾ। ਕਹਿੰਦਾ ਹਾਂ ਦੱਸ ਕੀ ਆ? ਕਹਿੰਦਾ ਨਹੀਂ ਜੀ ਹੁਣ ਖੱਬੇ ਵੇਖੋ। ਵੇਖ ਕੇ ਉਹ ਕਹਿੰਦਾ ਹਾਂ ਕੀ ਆ? ਕਹਿੰਦਾ ਤੁਹਾਡੇ ਸੱਜੇ ਤੁਹਾਡੀ ਟੀਮ ਦਾ ਖਾਸ ਮੈਂਬਰ ਉਹ ਵੀ ਜੀਨ ਪਾ ਕੇ ਬੈਠਾ, ਤੁਹਾਡੇ ਖੱਬੇ ਵਾਲਾ ਉਹ ਵੀ ਜੀਨ ਪਾ ਕੇ ਬੈਠਾ। ਤੇ ਕਾਹਨ ਸਿੰਘ ਪੰਨੂ ਨੂੰ ਸਮਝ ਆ ਗਈ,
ਔਰ ਉਹਨੇ ਉੱਥੇ ਹੀ ਰੋਕ ਲਾਤੀ ਸੀ। ਉਹ ਕਹਿੰਦਾ ਕਿ ਸਰ ਇਸ ਤਰ੍ਹਾਂ ਕਰਨਾ ਨਾ ਨੁਕਸਾਨਦਾਇਕ ਹੋਏਗਾ। ਪਰ ਉਸ ਸਮੇਂ ਵੀ ਇਹ ਬਹੁਤ ਵੱਡਾ ਅੰਦਰ ਖਾਤੇ ਵਿਰੋਧ ਚੱਲਦਾ ਰਿਹਾ, ਬਾਅਦ ਵੀ ਚੱਲਦਾ ਰਿਹਾ ਕਿ ਇਸ ਤਰ੍ਹਾਂ ਦਾ ਡਰੈਸ ਕੋਡ ਹੈ ਜਿਹੜਾ ਅਧਿਆਪਕਾਂ ਤੇ ਥੋਪਣਾ ਚੰਗੀ ਗੱਲ ਨਹੀਂ। ਕਾਹਨ ਸਿੰਘ ਪੰਨੂ ਨੇ ਜਾਤੀ ਤੌਰ ਤੇ ਇਸ ਨੂੰ ਰੁਕਵਾ ਦਿੱਤਾ ਸੀ। ਉਹੀ ਸਰਕੂਲਰ ਇਹਨਾਂ ਨੇ ਨਵਿਆ ਕੇ ਲਾਗੂ ਕਰਤਾ। ਇਹਨਾਂ ਨੇ ਹੁਣ ਪੱਤਰ ਲਿਖਤਾ ਜਿਹੜੇ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਹੁੰਦੇ ਜਾਂ ਮੰਡਲ ਸਿੱਖਿਆ ਅਫਸਰ ਹੁੰਦੇ ਆ ਕਿ ਤੁਸੀਂ ਆਪੋ ਆਪਣੇ ਸਕੂਲ ਦੇ ਵਿੱਚ ਡਰੈਸ ਕੋਡ ਲਾਗੂ ਕਰਾਓ। ਕਰਕੇ ਦਿੱਤਾ ਕਿ ਕੁਛ ਟੀਚਰਸ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੇ ਭੜਕਾਊ ਕੱਪੜੇ ਪਾਉਂਦੀਆਂ ਕਿ ਵਿਦਿਆਰਥੀਆਂ ਦੀ ਮਾਨਸਿਕਤਾ ਤੇ ਉਹਦਾ ਗਲਤ ਪ੍ਰਭਾਵ ਪੈਂਦਾ। ਇਸ ਪੱਤਰ ਦੇ ਵਿੱਚ ਇਹ ਨਹੀਂ ਲਿਖਿਆ ਗਿਆ ਰਾਜ ਕਰਨਵੀਰ ਸਿੰਘ ਜੀ ਕਿ ਡਰੈਸ ਕੋਡ ਦੇ ਵਿੱਚ ਪਾਉਣਾ ਕੀ ਆ ਜੀ, ਇਹ ਚੀਜ਼ ਸਪਸ਼ਟ ਹੀ ਨਹੀਂ। ਦੂਜਾ ਇਹ ਆ ਕਿ ਇਹ ਨਹੀਂ ਲਿਖਿਆ ਗਿਆ ਕਿ ਇਸ ਡਰੈਸ ਕੋਡ ਨੂੰ ਤੈਅ ਕੌਣ ਕਰੇਗਾ ਕਿ ਪਾਉਣਾ ਕੀ ਹੈ। ਤੀਜਾ ਇਹ ਆ ਕਿ ਜੇਕਰ ਇਸ ਡਰੈਸ ਕੋਡ ਨੂੰ ਕੋਈ ਤੋੜਦਾ ਤੇ ਉਹਦੇ ਲਈ ਸਜ਼ਾ ਕੀ ਹੈ, ਉਹ ਵੀ ਅਸਪਸ਼ਟ ਆ। ਚੌਥਾ ਇਹ ਅਸਪਸ਼ਟ ਆ ਕਿ ਕੀ ਇਹ ਪ੍ਰਾਇਮਰੀ ਸਕੂਲਾਂ ਲਈ ਹੈ, ਕੀ ਇਹ ਮਿਡਲ ਸਕੂਲਾਂ ਲਈ ਹੈ, ਕੀ ਇਹ ਹਾਈ ਸਕੂਲਾਂ ਲਈ ਹੈ, ਕੀ ਇਹ ਸੀਨੀਅਰ ਸੈਕੰਡਰੀ ਸਕੂਲਾਂ ਲਈ ਹੈ ਜਾਂ ਇਹ ਸਾਰਿਆਂ ਲਈ ਹੈ। ਸੋ ਕੁਛ ਵੀ ਇਹਦੇ ਚ ਸਪਸ਼ਟ ਨਹੀਂ। ਇੱਕ ਪੱਤਰ ਜਿਹੜਾ ਕਿ ਪੁਰਾਣਾ ਸਰਕੂਲਰ ਆ ਉਹਨੂੰ ਨਵਿਆ ਕੇ ਇਹਨਾਂ ਨੇ ਭੇਜ ਦਿੱਤਾ। ਹਾਲਾਂਕਿ ਮੈਨੂੰ ਲੱਗਦਾ ਕਿ ਇਸ ਵਾਰੀ ਅਧਿਆਪਕ ਇੰਨਾ ਜ਼ਿਆਦਾ ਵਿਰੋਧ ਨਹੀਂ ਕਰਨਗੇ ਕਿਉਂਕਿ ਬਦਲੀਆਂ ਤੋਂ ਡਰਾਏ ਪਏ ਆ। ਸਰਕਾਰ ਨੇ ਬਦਲੀਆਂ ਬਹੁਤ ਕਸੂਤੀਆਂ ਕਰਦੇ ਪਏ ਆ। ਅਧਿਆਪਕ ਵਰਗ ਡਰ ਦੇ ਵਿੱਚ ਆ। ਉਸੇ ਡਰ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਗਈ ਆ। ਕੁਛ ਲੋਕ ਇਹਦੇ ਹੱਕ 'ਚ ਨੇ, ਕੁਛ ਲੋਕ ਇਹਦੇ ਵਿਰੋਧ ਦੇ ਵਿੱਚ ਆ। ਅੱਗੇ ਚੱਲ ਕੇ ਸਿੱਟਾ ਕੀ ਨਿਕਲਦਾ ਉਹ ਤੇ ਪਤਾ ਨਹੀਂ, ਪਰ ਅਧਿਆਪਕ ਵਰਗ ਖਾਸ ਤੌਰ ਤੇ ਅੰਦਰ ਖਾਤੇ ਇਹਨਾਂ ਦੇ ਨਾਲ ਉਹ ਰਿਝਦਾ ਪਿਆ ਕਿਉਂਕਿ ਉਹ ਕਰ ਕੁਛ ਨਹੀਂ ਸਕਦਾ। ਸੀਜ਼ਨ ਬਦਲੀਆਂ ਦੀ ਬਦਲੀਆਂ ਕਰੀ ਜਾਂਦੇ ਤਾੜ ਫਾੜ। ਸੋ ਅਧਿਆਪਕ ਵਰਗ ਅੰਦਰ ਖਾਤੇ ਇਸ ਚੀਜ਼ ਨੂੰ ਲੈ ਕੇ ਨਾਰਾਜ਼ ਆ ਕਿ ਦੇਖੋ ਅਧਿਆਪਕਾਂ ਨੂੰ ਜੇ ਤੁਸੀਂ ਡਰੈਸ ਕੋਡ 'ਚ ਬੰਨੋਗੇ ਇਹਦਾ ਪ੍ਰਭਾਵ ਹੈ ਜਿਹੜਾ ਉਹ ਇਹ ਜਾਏਗਾ ਕਿ ਤੁਸੀਂ ਅਧਿਆਪਕਾਂ ਨੂੰ ਅਜੇ ਤੱਕ ਇੰਨੇ ਜੋਗੇ ਨਹੀਂ ਕਰ ਸਕੇ ਕਿ ਉਹਨਾਂ ਨੇ ਪਾਉਣਾ ਕੀ ਹੈ। ਦੂਜੀ ਗੱਲ ਕਿ ਤੁਸੀਂ ਵਿਦਿਆਰਥੀਆਂ 'ਚ ਇੰਨੇ ਕੁ ਗੁਣ ਨਹੀਂ ਭਰ ਸਕੇ ਕਿ ਉਹਨਾਂ ਨੇ ਅਧਿਆਪਕ ਨੂੰ ਵੇਖਣਾ ਕਿ ਸੱਖ ਨਾਲ ਹੈ। ਜੀ 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 ਤੇ ਮਿੰਟੂ ਜੀ ਅਗਲੀ ਜੇ ਆਪਾਂ ਗੱਲ ਕਰ ਲਈਏ PGI ਤੇ ਕਹਿੰਦੇ ਲੱਗਾ ਆ ਕਸ਼ਮੀਰੀ ਮਰੀਜ਼ ਦੇ ਨਾਲ ਵਿਤਕਰਾ ਕਰਨ ਦਾ ਦੋਸ਼। ਡਾਕਟਰਾਂ ਨੂੰ ਧਰਤੀ ਦਾ ਰੱਬ ਕਿਹਾ ਜਾਂਦਾ, ਦੇਵ ਪੁਰਸ਼ ਕਹਿੰਦੇ ਲੋਕ ਇਹਨਾਂ ਦੀ ਪੂਜਾ ਕਰਦੇ ਆ। ਪਰ ਕਿਸੇ ਆਲਮ ਫਾਜ਼ਲ ਨੇ ਕਿਹਾ ਸੀ, ਉਹਨੇ ਕਿਹਾ ਕਿ ਘਰੋਂ पे नाम थे, नामों के साथ अहदे थे, बहुत तलाश किया कोई आदमी ना मिला। ਇਹ ਹਸਪਤਾਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਵਿਤਕਰੇਬਾਜ਼ੀਆਂ ਸਾਹਮਣੇ ਆਉਣਗੀਆਂ ਔਰ ਉਹ ਵੀ ਚੰਡੀਗੜ੍ਹ ਵਰਗੇ PGI ਹਸਪਤਾਲ 'ਚ ਤੇ ਮੇਰੇ ਖਿਆਲ ਦੇ ਨਾਲ ਸੁਨੇਹਾ ਬਹੁਤ ਗਲਤ ਜਾਏਗਾ ਜੀ। ਇਸ ਤਰ੍ਹਾਂ ਹੁੰਦਾ ਨਹੀਂ PGI 'ਚ। ਮੈਂ ਵੀ ਜਾਤੀ ਤੌਰ ਤੇ ਬਹੁਤ ਵਾਰੀ PGI 'ਚ ਗਿਆ। ਡਾਕਟਰਾਂ ਦਾ ਸਲੀਕਾ ਬਹੁਤ ਹੱਦ ਤੱਕ ਠੀਕ ਹੁੰਦਾ। ਕਿਤੇ ਹੋ ਸਕਦਾ 100 'ਚ ਇੱਕ ਉਹੋ ਜਿਹਾ ਕੋਈ ਕੜਬ ਮਿਲ ਵੀ ਜਾਵੇ, ਪਰ ਉਸ ਤਰ੍ਹਾਂ ਉਹਨਾਂ ਦਾ ਰਵੱਈਆ ਬਹੁਤ ਮਿੱਤਰਤਾ ਵਾਲਾ ਹੁੰਦਾ ਮਰੀਜ਼ਾਂ ਦੇ ਨਾਲ। ਪਰ ਇਹ ਜਿਹੜੀ ਘਟਨਾ ਹੈ, ਇਸ ਘਟਨਾ ਨੇ ਉਸ ਸਾਰੇ ਵਤੀਰੇ ਤੇ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ। ਇਹ ਘਟਨਾ ਇਸ ਤਰ੍ਹਾਂ ਹੈ ਕਿ ਕੋਈ ਕਸ਼ਮੀਰੀ ਬੀਬੀ ਸੀਗੀ, ਉਹਨੂੰ ਜਵਾਬ ਦੇ ਦਿੱਤਾ। ਅਸਲ ਦੇ ਵਿੱਚ ਉਹਦੀ ਕੋਈ ਨਸ ਸੀਗੀ ਜਿਹੜੀ ਉਹ ਬਲੌਕ ਹੋ ਗਈ ਸੀਗੀ। ਉਹਦੀ ਸਰਜਰੀ ਹੋਣੀ ਸੀ। ਉਹਦਾ ਮੁੰਡਾ ਇੱਥੇ ਲੈ ਆਇਆ, ਜਵੇਦ ਉਹਦਾ ਨਾਮ ਸੀਗਾ। ਉਹ ਦੱਸਦਾ ਕਿ ਕਹਿੰਦਾ ਚੈੱਕਅਪ ਕਰਾਇਆ ਜਦੋਂ ਕਮਰੇ ਦੇ ਵਿੱਚ ਜਾ ਕੇ ਡਾਕਟਰ ਨੇ ਜਦੋਂ ਫਾਈਲ ਵੇਖੀ, ਜਦੋਂ ਉਹਨੇ ਦੇਖਿਆ ਕਿ ਇਹ ਤੇ ਕਸ਼ਮੀਰ ਤੋਂ ਰੈਫਰ ਹੋਏ ਆ, ਉਹਨੇ ਇੱਕੋ ਗੱਲ ਕਹੀ। ਉਹਨੇ ਕਿਹਾ ਉੱਥੇ ਤੁਸੀਂ ਪੱਥਰ ਮਾਰਦੇ ਤੇ ਇਲਾਜ ਕਰਾਉਣ ਲਈ ਮੂੰਹ ਚੁੱਕ ਕੇ ਇੱਥੇ ਆ ਜਾਂਦੇ ਸੀ। ਕਹਿੰਦਾ ਮੈਂ ਚੁੱਪ ਕਰ ਗਿਆ, ਮੇਰਾ ਕੀ ਜ਼ੋਰ ਸੀ, ਮੈਂ ਚੁੱਪ ਕਰ ਗਿਆ ਵੀ ਚਲੋ ਇੰਨੀ ਦੂਰ ਤੋਂ ਆਏ ਆ, ਜੇ ਮੈਂ ਕੁਛ ਬੋਲਿਆ ਤੇ ਕੋਈ ਡਾਕਟਰ ਮੇਰੇ ਧੱਕੇ ਮਾਰ ਕੇ ਮੈਨੂੰ ਪਛਾਣੋ ਨਾ ਤੋੜ ਦੇਵੇ। ਕਹਿੰਦਾ ਕਿ ਉਸ ਤੋਂ ਬਾਅਦ ਉਹਨੇ ਮੇਰੇ ਟੈਸਟ ਲਿਖੇ, ਮੈਂ ਟੈਸਟ ਕਰਾ ਕੇ ਆਇਆ ਆਪਦੀ ਮਾਤਾ ਦੇ, ਤੇ ਉਹਨੇ ਟੈਸਟ ਵੇਖ ਕੇ ਆਖਿਆ, ਉਹਨੇ ਆਖਿਆ ਕਿ 13 ਲੱਖ ਰੁਪਇਆ ਸਰਜਰੀ ਤੇ ਲੱਗੇਗਾ, ਜੇ ਤੂੰ ਕਰਾਉਣਾ ਹੀ ਚੱਕਰਾ ਤੇ ਭਾਈ ਆ ਗੱਡੀ ਤੇ ਚੜ ਜਾ। ਉਸ ਬੰਦੇ ਨੇ ਉੱਥੋਂ ਪਤਾ ਕੀਤਾ ਉਹਦੇ ਅਨੁਸਾਰ ਕਿ ਮੈਂ ਫਿਰ ਬਾਹਰ ਜਾ ਕੇ ਪਤਾ ਕੀਤਾ ਡਾਕਟਰਾਂ ਕੋਲ ਜਾਂ ਸਟਾਫ ਕੋਲੋਂ ਕਿ ਭਾਈ ਇਸ ਸਰਜਰੀ ਤੇ ਕਿੰਨਾ ਕੁ ਖਰਚਾ ਆਉਂਦਾ। ਉਹ ਕਹਿੰਦੇ ਕਿ ਖਰਚ ਇਹਦਾ ਕੁੱਲ ਮਿਲਾ ਕੇ 80,000 ਆ। ਕਹਿੰਦਾ ਕਿ ਉਹ ਮੈਨੂੰ 13 ਲੱਖ ਦੱਸੀ ਜਾਂਦਾ। ਜਦੋਂ ਉਹਨੇ ਮੀਡੀਆ ਤੱਕ ਪਹੁੰਚ ਕੀਤੀ, ਚੰਡੀਗੜ੍ਹ ਦੇ ਵਿੱਚ ਹਾਲ ਪਾਰਿਆ ਕੀਤੀ ਕਿ ਮੇਰੇ ਨਾਲ ਵਿਤਕਰਾ ਹੋ ਰਿਹਾ, ਮੀਡੀਆ ਵਾਲਿਆਂ ਨੇ ਉਹ ਜਿਹੜਾ ਕਮਰਾ ਨੰਬਰ ਦੱਸਿਆ ਸੀ ਉਹਦੇ ਵਿੱਚ ਪਹੁੰਚ ਕੀਤੀ। ਉਸ ਸਮੇਂ ਉੱਥੇ ਡਾਕਟਰ ਕੋਈ ਹੋਰ ਸੀ। ਉਹਨੇ ਆਖਿਆ ਕਿ ਇਹ ਡਾਕਟਰ ਨਹੀਂ ਹੈ। ਫਿਰ ਤਸਵੀਰਾਂ ਵੀ ਵਿਖਾਈਆਂ ਗਈਆਂ ਕੁਛ ਡਾਕਟਰਾਂ ਦੀਆਂ, ਕਿਉਂਕਿ ਬਹੁਤ ਵੱਡਾ ਮਸਲਾ ਸੀ PGI ਲਈ। ਉਹਨਾਂ ਨੇ ਤਸਵੀਰਾਂ ਵੀ ਦਿਖਾਈਆਂ, ਪਰ ਉਹਨੇ ਕਿਹਾ ਕਿ ਮੈਂ ਕਿਸੇ ਦਾ ਐਵੇਂ ਨਜਾਇਜ਼ ਨਾਂ ਨਹੀਂ ਲੈਣਾ। ਪਰ ਜੋ ਡਾਕਟਰ ਸੀ ਉਸ ਸਮੇਂ ਡਿਊਟੀ ਦੇ ਵਿੱਚ, ਉਹ ਡਾਕਟਰ ਇੱਥੇ ਹੈ ਨਹੀਂ। ਹਾਲਾਂਕਿ ਜਿਹੜਾ ਡਾਇਰੈਕਟਰ ਆ ਉੱਥੋਂ ਦਾ PGI ਦਾ, ਉਹਨੇ ਗੱਲ ਬਿਲਕੁਲ ਨਕਾਰੀ ਹੈ। ਉਹਦਾ ਨਾਮ ਜਗਤ ਰਾਮ ਹੈ, ਡਾਇਰੈਕਟਰ PGI ਦਾ ਜਿਹੜਾ ਇਸ ਸਮੇਂ ਦਾ। ਉਹਨੇ ਕਿਹਾ ਕਿ ਅਸੀਂ ਕਸ਼ਮੀਰੀਆਂ ਲਈ ਤੇ
ਅੱਖਾਂ ਵਿਛਾ ਦਿੰਦੇ ਆ ਕਿ ਕਸ਼ਮੀਰੀ ਭਰਾ ਆਏ ਆ ਸਾਡੇ ਔਰ ਬਹੁਤ ਦੂਰ ਤੋਂ ਆਏ ਆ ਔਰ ਕੋਈ ਆਸ ਲੈ ਕੇ ਆਏ ਆ, ਅਸੀਂ ਤੇ ਉਹਨਾਂ ਦੇ ਇਲਾਜ ਦੇ ਵਿੱਚ ਐਕਸਟਰਾ ਐਫਰਟ ਲਾਉਂਦੇ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਊਣਤਾਈ ਨਾ ਰਵੇ। ਇਸ ਤਰ੍ਹਾਂ ਦੀ ਗੱਲ ਨਹੀਂ ਹੋ ਸਕਦੀ, ਪਰ ਉਹ ਨਕਾਰ ਰਹੇ ਆ, ਜਦ ਕਿ ਜਿਹੜਾ ਪੀੜਤ ਆ ਉਹ ਇਸ ਗੱਲ ਤੇ ਅੜਿਆ ਹੋਇਆ। ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ, ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਕੀ ਇਸ ਘਟਨਾ ਦੇ ਪਿੱਛੇ ਹਕੀਕਤ ਹੈ ਜਾਂ ਨਹੀਂ। ਜੇ ਇਸ ਤਰ੍ਹਾਂ ਦੀਆਂ ਅਸੀਂ ਤੰਦਾਂ ਜੁੜਨ ਦੇਵਾਂਗੇ, ਤੰਦ ਜੁੜਦਿਆਂ ਤਾਣੀ ਬਣ ਜਾਂਦੀ ਹੈ। ਔਰ ਤਾਣੀ ਦਾ ਸਿੱਟਾ ਕੀ ਨਿਕਲਦਾ ਰਾਜ ਕਰਨਵੀਰ ਸਿੰਘ ਜੀ, ਸ਼ਾਇਦ ਤੁਹਾਨੂੰ ਪਤਾ ਹੋਣਾ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿੱਚ 100 ਤੋਂ ਵੱਧ ਦੇਸ਼ਾਂ ਨੇ ਭਾਰਤੀ ਆਲੋਚਨਾ ਕੀਤੀ ਹੈ ਸ਼ੁੱਕਰਵਾਰ, ਔਰ 113 ਦੇਸ਼ਾਂ ਨੇ ਭਾਰਤ ਦੀ ਘੱਟ ਗਿਣਤੀਆਂ ਪ੍ਰਤੀ ਪਹੁੰਚ ਦੀ ਬਹੁਤ ਜ਼ਿਆਦਾ ਨਿਖੇਧੀ ਕੀਤੀ ਹੈ। ਔਰ ਖਾਸ ਤੌਰ ਤੇ ਧਰਮ ਪਰਿਵਰਤਨ ਕਾਨੂੰਨ ਦੇ ਮਾਮਲੇ 'ਚ ਜੋ ਕੁਛ ਹੋ ਰਿਹਾ ਕਿ ਕੋਈ ਪ੍ਰੇ ਕਰਦਾ ਤੇ ਉਹਨਾਂ ਨੂੰ ਸਾਈਆਂ ਨੂੰ ਜਾ ਕੇ ਕੁੱਟ ਦਿੰਦੇ ਆ, ਜੇ ਕੋਈ ਹੋਰ ਆਪਣੀ ਧਾਰਮਿਕ ਰੀਤ ਕਰਦਾ, ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਉੱਥੇ ਭਾਰਤ ਨੂੰ ਨਮੋਸ਼ੀ ਚੱਲਣੀ ਪਈ ਹੈ। ਇਹ ਛੋਟੀਆਂ ਛੋਟੀਆਂ ਗੱਲਾਂ ਅਸੀਂ ਅਣਗੌਲੀਆਂ ਕਰ ਸਕਦੇ ਹਾਂ। ਜਿਹੜੇ ਲੋਕ ਬਾਹਰ ਬੈਠੇ ਭਾਰਤ ਨੂੰ ਵਾਚ ਕਰਦੇ ਔਰ ਬੜਾ ਕਲੋਜ਼ਲੀ ਵਾਚ ਕਰਦੇ ਆ, ਉਹ ਇਹੋ ਜਿਹੀਆਂ ਛੋਟੀਆਂ ਛੋਟੀਆਂ ਘਟਨਾਵਾਂ ਦਾ ਵੀ ਨੋਟਿਸ ਲੈਂਦੇ ਆ। ਸੋ ਇਸ ਕਰਕੇ ਬਾਹਰਲੇ ਛੋਟੀਆਂ ਛੋਟੀਆਂ ਘਟਨਾਵਾਂ ਦਾ ਨੋਟਿਸ ਲੈਣ, ਸਾਨੂੰ ਇਹ ਛੋਟੀਆਂ ਛੋਟੀਆਂ ਘਟਨਾਵਾਂ ਸਾਂਭਣੀਆਂ ਚਾਹੀਦੀਆਂ, ਸਾਂਭਣੀਆਂ ਨਹੀਂ ਚਾਹੀਦੀਆਂ, ਸਬਕ ਲੈ ਕੇ ਅੱਗੇ ਤੋਂ ਰੋਕਣੀਆਂ ਵੀ ਚਾਹੀਦੀਆਂ। ਜੀ 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 ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਪਰ ਜਾਂਦੇ ਜਾਂਦੇ ਇੱਕ ਕਹਿੰਦੇ ਫਨੀ ਜੀ ਗੱਲ ਆ ਸਾਹਮਣੇ ਆਈ ਆ ਵੀ ਸੰਘ ਨੇ ਪੰਜਾਬ 'ਚ ਚਲਾਇਆ ਸੈਮੀਨਾਰਾਂ ਦਾ ਸਿਲਸਿਲਾ, ਕਿਹਾ ਵੀ ਨਾਰਦ ਮੁਨੀ ਕਹਿ ਲਓ ਵੀ ਪੱਤਰਕਾਰੀ ਦੀ ਦੁਨੀਆ ਦਾ ਸਭ ਤੋਂ ਪਹਿਲਾ ਪੱਤਰਕਾਰ ਸੀ। ਨਾਰਾਇਣ ਨਾਰਾਇਣ ਇਹ ਨਾਰਦ ਮੁਨੀ ਦੇਖੋ ਪਹਿਲਾ ਪੱਤਰਕਾਰ ਹੋ ਸਕਦਾ ਹੋਵੇ ਵੀ ਪੱਤਰਕਾਰ, ਕਿਉਂਕਿ ਸੂਚਨਾਵਾਂ ਦੇ ਆਦਾਨ ਪ੍ਰਦਾਨ ਨੂੰ ਹੀ ਤੇ ਮੀਡੀਆ ਕਹਿੰਦੇ ਆ ਨਾ, ਉਹੀ ਤੇ ਸੂਚਨਾਵਾਂ ਦਾ ਆਦਾਨ ਪ੍ਰਦਾਨ ਹੀ ਕਰਦਾ ਸੀਗਾ। ਪਰ ਕਮਾਲ ਕਰ ਦਿੱਤੀ ਆ ਜੇ ਅਸੀਂ ਗੂਗਲ ਬਾਬੇ ਨੂੰ ਪੁੱਛੀਏ, ਉਹ ਕਹਿੰਦਾ ਕਿ ਪੱਤਰਕਾਰਤਾ ਦੀ ਸ਼ੁਰੂਆਤ ਹੈ ਜਿਹੜੀ ਉਹ 131 ਈਸਵੀ ਪੂਰਵ ਰੋਮ ਦੇ ਵਿੱਚ ਹੋਈ ਸੀਗੀ ਜੀ, ਔਰ ਉਹਦਾ ਪਹਿਲਾ ਉਸ ਸਮੇਂ ਦਾ ਜਿਹੜਾ ਦੈਨਿਕ ਅਖਬਾਰ ਸੀ ਐਕਟਾ ਡਿਓਂਟਨਾ, ਉਹਦਾ ਨਾਮ ਸੀ, ਜਾਨੀ ਦਿਨ ਦੀਆਂ ਘਟਨਾਵਾਂ, ਉੱਥੋਂ ਸ਼ੁਰੂ ਹੁੰਦਾ। ਪਰ ਇਹ ਤੇ ਬਹੁਤ ਪਿਛਾਂ ਲੈ ਗਏ ਆ, ਇਹ ਤੇ ਮੇਰੇ ਖਿਆਲ ਦੇ ਨਾਲ ਰਮਾਇਣ ਕਾਲ ਤੋਂ ਵੀ ਪਿਛਾਂ ਲੈ ਗਏ ਆ। ਨਾਰਦ ਮੁਨੀ ਨੂੰ ਕਹਿੰਦੇ ਆ ਕਿ ਇਹ ਦੁਨੀਆ ਦਾ ਪਹਿਲਾ ਜਰਨਲਿਸਟ ਸੀ ਔਰ ਆਦਰਸ਼ ਜਰਨਲਿਸਟ ਸੀਗਾ, ਔਰ ਬਕਾਇਦਾ ਇਹ ਪੰਜਾਬ ਦੇ ਵਿੱਚੋਂ ਸ਼ੁਰੂ ਕੀਤਾ ਗਿਆ। ਰਾਜ ਕਰਨਵੀਰ ਸਿੰਘ ਜੀ, ਇਹ ਹੈਰਾਨ ਕਰਦਾ, ਇਹਨਾਂ ਨੇ ਸੈਮੀਨਾਰਾਂ ਦਾ ਸਿਲਸਿਲਾ ਜਿਹੜਾ ਮੇਰੇ ਖਿਆਲ ਦੇ ਨਾਲ ਕੋਟਕਪੂਰਾ, ਬਠਿੰਡਾ ਔਰ ਉਸ ਤੋਂ ਬਾਅਦ ਮਾਨਸਾ ਲੈ ਗਏ ਆ, ਔਰ ਪ੍ਰਚਾਰ ਕਰਦੇ ਪਏ ਆ, ਔਰ ਇਹ ਕਹਿੰਦੇ ਆ ਕਿ ਇਹ ਪਹਿਲਾ ਪੱਤਰਕਾਰ ਸੀ ਸੰਸਾਰ ਦਾ। ਇਹ ਦੂਜੇ ਪੱਤਰਕਾਰਾਂ ਦਾ ਜਿਹੜਾ ਅੱਜ ਦੇ ਪੱਤਰਕਾਰ ਕਹਿ ਲਓ, ਉਹਨਾਂ ਦਾ ਇਹ ਰਾਹ ਦਸੇਰਾ ਹੈ। ਸੋ ਇਹ ਮੀਡੀਆ ਦਾ ਇੱਕ ਤਰ੍ਹਾਂ ਦਾ ਰਾਹ ਦਸੇਰਾ ਹੈ। ਸੋ ਇਹਦੇ ਤੋਂ ਮਾਰਗਦਰਸ਼ਨ ਲੈਣੀ ਚਾਹੀਦੀ ਹੈ, ਔਰ ਬੜੀ ਸ਼ਿੱਦਤ ਦੇ ਨਾਲ ਉਹ ਪ੍ਰਚਾਰ ਕਰਦੇ ਜਾ ਰਹੇ। ਕਮਾਲ ਦੀ ਗੱਲ, ਨੋਟ ਕਰਨ ਵਾਲੀ ਗੱਲ ਇਹ ਹੈ ਕਿ ਉਹ ਜਯੰਤੀ ਮਨਾਉਂਦੇ ਪਏ। ਉਹ ਕਹਿੰਦੇ ਆ ਕਿ ਇਹਦਾ ਜਨਮ ਮਈ ਦੇ ਵਿੱਚ ਹੋਇਆ ਸੀ ਤੇ ਇਸ ਕਰਕੇ ਇਹ ਸਾਰੇ ਮਹੀਨੇ ਦੇ ਵਿੱਚ ਸੈਮੀਨਾਰ ਚੱਲਣਗੇ। ਪਰ ਰਾਜ ਕਰਨਵੀਰ ਸਿੰਘ ਜੀ, ਇੱਥੇ ਸਵਾਲ ਖੜਾ ਹੁੰਦਾ ਹੈ। ਸਵਾਲ ਇਹ ਹੁੰਦਾ ਕਿ ਇਤਿਹਾਸ ਕਹਿ ਲਓ ਜਾਂ ਇਤਿਹਾਸ ਕਹਿ ਲਓ, ਉਹਦੇ ਅਨੁਸਾਰ ਇਹਦੇ 3 ਜਨਮ ਸਨ। ਨਾਰਦ ਮੁਨੀ ਦੇ 3 ਜਨਮ ਸਨ। ਪਹਿਲੇ ਜਨਮ ਦੇ ਵਿੱਚ ਇਹਨੂੰ ਬ੍ਰਹਮਾ ਨੇ ਸ਼ਰਾਪ ਦਿੱਤਾ ਸੀਗਾ ਕਿ ਤੂੰ ਸ਼ੂਦਰ ਨਾਰੀ ਦੇ ਘਰ ਜਨਮ ਲਵੇਂਗਾ। ਫਿਰ ਸ਼ੂਦਰ ਨਾਰੀ ਦੇ ਘਰ ਜੰਮਿਆ ਤੇ ਉਸ ਤੋਂ ਬਾਅਦ 5 ਸਾਲ ਦੀ ਉਮਰ 'ਚ ਇਹਦੀ ਮਾਂ ਮਰੀ। ਫਿਰ ਇਹ ਉੱਥੇ ਸਾਧੂਆਂ ਦੇ ਝੂਠੇ ਪੱਤਲ ਚੜ੍ਹਦਾ ਹੁੰਦਾ ਸੀਗਾ, ਇਹਦੇ ਪਾਪ ਧੋਤੇ ਗਏ, ਇਤਿਹਾਸ ਦੇ ਅਨੁਸਾਰ ਕਹਿ ਰਹੇ ਹਾਂ। ਫਿਰ ਇਹ ਇੱਕ ਦਿਨ ਪਿੱਪਲ ਦੇ ਹੇਠ ਬੈਠਾ ਸੀ, ਇਹਨੂੰ ਬ੍ਰਹਮ ਗਿਆਨ ਪ੍ਰਾਪਤ ਹੋਇਆ ਤੇ ਫਿਰ ਗਾਂਹ ਜਾ ਕੇ ਤੀਜੇ ਜਨਮ ਦੇ ਵਿੱਚ ਬ੍ਰਹਮਾ ਦਾ ਇਹ ਜਿਹੜਾ 7 ਪੁੱਤਾਂ ਦਾ ਇੱਕ ਟੋਲਾ ਸੀ ਉਹਦੇ ਵਿੱਚ ਸ਼ਾਮਿਲ ਹੋ ਗਿਆ। ਸੋ ਇਹ ਇਤਿਹਾਸ ਆ, ਇਹ ਇਤਿਹਾਸ ਕਹਿ ਲਓ। ਪਰ ਇਹਦੇ ਵਿੱਚੋਂ 3 ਜਨਮ ਹੈ। ਇਹ ਮਈ ਵਾਲਾ ਜਨਮ ਇਹਨਾਂ ਕਿੱਥੋਂ ਚੱਕਿਆ, ਮੈਨੂੰ ਤੇ ਸਮਝ ਤੋਂ ਪਰੇ ਆ। ਔਰ ਕੁੰਡਲੀ ਕਿੱਥੋਂ ਬਣਵਾਈ ਆ, ਇਹ ਸਵਾਲ ਖੜੇ ਕਰਦੇ ਆ। ਚਲੋ ਇਹ ਮਨਾਈ ਜਾਣ, ਮੰਨੀ ਜਾਣ, ਜੋ ਮਰਜ਼ੀ ਕਰੀ ਜਾਣਾ, ਪਰ ਸਾਰੀ ਦੁਨੀਆ ਕਿਵੇਂ ਮੰਨ ਲਊਗੀ ਨਾਰਦ ਮੁਨੀ ਨੂੰ ਕਿ ਇਹ ਵਰਲਡ ਦਾ ਪਹਿਲਾ ਜਰਨਲਿਸਟ ਆ? ਕਿ ਯੂਰਪ ਵਾਲੀ ਸਭਿਅਤਾ ਮੰਨ ਲਓ, ਕਿ ਅਫਰੀਕਨ ਸਭਿਅਤਾ ਮੰਨ ਲਓ, ਕਿ ਚੀਨੀ ਸਭਿਅਤਾ ਮੰਨ ਲਓ। ਸੋ ਇਹ ਪ੍ਰਚਾਰੀ ਜਾਣ ਆਪਣੇ ਪੱਧਰ ਤੇ। ਪਰ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਰਾਜ ਕਰਨਵੀਰ ਸਿੰਘ ਜੀ, ਇਹੋ ਜਿਹੇ ਹੋਛੇ ਪ੍ਰਾਪੇ ਕੰਡੇ ਆ ਜਿਹੜੇ ਉੱਠੇ ਪੈਂਦੇ ਹੁੰਦੇ ਆ। ਕਿਸੇ ਨੇ ਕਿਹਾ ਸੀਗਾ ਕਿ ਜਿਹੜੀਆਂ ਕੌਮਾਂ
ਤਾਰੀਖ ਨੂੰ ਮਸਕ ਕਰਦੀਆਂ ਨੇ, ਜੀ ਉਹਨਾਂ ਨੂੰ ਤਾਰੀਖ ਇੱਕ ਦਿਨ ਮਸਕ ਕਰ ਦਿੰਦੀ ਹੈ। ਕਰ ਕਹਿਣ ਦਾ ਭਾਵ ਆ ਜਿਹੜੇ ਇਤਿਹਾਸ ਨੂੰ ਤੋੜਦੇ ਮਰੋੜਦੇ ਆ, ਇਤਿਹਾਸ ਉਹਨਾਂ ਨੂੰ ਇੱਕ ਦਿਨ ਤੋੜ ਮਰੋੜ ਦਿੰਦਾ। ਜੀ ਬਿਲਕੁਲ, ਤੁਸੀਂ ਬਚ ਕੇ ਰਹੋ, ਤੁਹਾਡੇ ਸਾਰਿਆਂ ਦੇ ਨਾਵਾਂ ਪਿੱਛੇ ਮੁਨੀ ਨਾ ਜਿਹੜਾ ਜੀ ਉਹ ਲਵਾ ਦੇਣ, ਇਹ ਇਸ ਚੀਜ਼ ਦਾ ਜ਼ਰੂਰ ਤੁਸੀਂ ਨਾਰਾਇਣ ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ, ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਉਦੋਂ ਤੱਕ ਲਈ ਇਜਾਜ਼ਤ ਦਿਓ। ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।